ਖਾਲਸਾ ਸਿੰਘ ਜੀ ਪਹਿਲਾਂ ਮਰਿਆਦਾ ਮੁਤਾਬਕ 5 ਪਾਠ ਮੂਲ ਮੰਤਰ ਦੇ ਕਰਕੇ ਫਿਰ ਕਥਾ ਪ੍ਰਾਰੰਭ ਕਰਦੇ ਹਾਂ। ਸੋ ਅੱਜ ਹਿੰਦੁਸਤਾਨ ਦੇ ਵਿੱਚ 23 ਤਰੀਕ ਪ੍ਰਾਰੰਭ ਹੋ ਚੁੱਕੀ ਹੈ। 23 ਤਰੀਕ ਜੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਹੈ ਔਰ ਅਗਲੇ ਦਿਨ ਉਸ ਤੋਂ ਫਿਰ 9ਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਸੀ। ਇਸ ਤਰ੍ਹਾਂ ਅੱਜ ਅੰਮ੍ਰਿਤ ਵੇਲੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਥਾ ਪ੍ਰਾਰੰਭ ਹੋਈ ਸੀ ਔਰ ਹੁਣ ਸ਼ਾਮ ਨੂੰ ਇਹ 10 ਸਰੂਪਾਂ ਦੀ ਕਥਾ ਪ੍ਰਾਰੰਭ ਕਰਨ ਲਈ ਆਸ਼ੀਰਵਾਦ ਪ੍ਰਾਪਤ ਕਰੀਏ ਗੁਰਾਂ ਤੋਂ। ਸਾਰੀਆਂ ਸੰਗਤਾਂ ਮਿਲ ਕੇ ਪਿਆਰ ਨਾਲ ਉਚਾਰਨ ਕਰੀਏ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ 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 ਗੁਰੂ ਨਾਨਕ ਪਗ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਤਰ ਪੁਨ
ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਸੱਜ ਕਰ ਸਰਬੱਤ ਸੰਗਤਾਂ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਮੁੱਚਾ ਸੰਪੂਰਨ ਜੀਵਨ ਸੁਣ ਲਈ ਇਕੱਤਰ ਹੋਈਆਂ ਹਨ। ਸੋ ਕਵੀ ਸੰਤੋਖ ਸਿੰਘ ਜੀ ਜਿਨ੍ਹਾਂ ਨੂੰ ਖਿਤਾਬ ਮਿਲਿਆ ਸੀ ਚੂੜਾਮਣ ਕਵੀ, ਉਹਨਾਂ ਬਾਰੇ ਵੀ ਨਾਲ ਨਾਲ ਵਿਚਾਰ ਕਰਦੇ ਰਹਾਂਗੇ। ਸੋ ਲਗਭਗ ਕਥਾ ਦੇ ਪ੍ਰਾਰੰਭ ਤੋਂ ਲੈ ਕੇ ਕਾਫੀ ਜ਼ਿਆਦਾ ਮੰਗਲ ਕਵੀ ਜੀ ਨੇ ਉਚਾਰਨ ਕੀਤੇ ਹਨ। ਉਹਨਾਂ ਵਿੱਚੋਂ ਸ਼ੁਰੂ ਦੇ ਵਿੱਚ ਇੱਕ ਮੰਗਲ ਅਤੇ ਪਹਿਲਾ ਅਧਿਆਇ ਸ਼ੁਰੂ ਹੋਣ ਤੋਂ ਪਹਿਲਾਂ 3 ਮੰਗਲ ਆਪਾਂ ਕਰਾਂਗੇ। ਬਾਕੀ ਦੇ ਜਿਤਨੇ ਮੰਗਲ ਹਨ ਉਹਨਾਂ ਦੀ ਜੋ ਵੱਖਰੀ ਸੀਡੀ ਇੱਕ ਬਣਾ ਦਿਆਂਗੇ। ਉਹ ਵੈਸੇ ਕਥਾਵਾਚਕਾਂ ਲਈ ਹੁੰਦੇ ਨੇ ਜਾਂ ਗੁਰਾਂ ਦੀ ਮਹਿਮਾ ਕੀਤੀ ਹੁੰਦੀ ਹੈ। ਸੋ ਅੱਜ ਕਥਾ ਗੁਰੂ ਸਾਹਿਬ ਦੀ ਪ੍ਰਾਰੰਭ ਹੋ ਜਾਵੇਗੀ ਇਸੇ ਪ੍ਰਕਾਰ। ਸੋ ਸਭ ਤੋਂ ਪਹਿਲਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਇਹ ਮੰਗਲ ਹੈ ਜਿਸ ਦੇ ਵਿੱਚ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਤੋਂ ਸਤਿਗੁਰਾਂ ਤੋਂ ਆਸ਼ੀਰਵਾਦ ਮੰਗਿਆ। ਓੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਅਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਲਿਖਿਆ ਤੇ। ਇਹ ਪੁਰਾਣਾ ਅੱਖਰ ਹੈ ਅਥ। ਅਥ ਦਾ ਅਰਥ ਹੁੰਦਾ ਹੁਣ। ਹੁਣ ਸ਼੍ਰੀ ਸੁਭਾਈਮਾਨ ਸ਼੍ਰੋਮਣੀ ਸਤਿਗੁਰੂ ਨਾਨਕ ਦੇਵ ਜੀ ਦੇ ਜੋ ਜੀਵਨ ਕੌਤਕ ਹਨ ਸਾਰੇ, ਗੁਰੂ ਨਾਨਕ ਪ੍ਰਕਾਸ਼, ਉਹਨਾਂ ਦੇ ਜੀਵਨ ਤੇ ਜੋ ਪ੍ਰਕਾਸ਼ ਪਾਉਂਦੇ ਹਨ ਲਿਖਿਆ ਤੇ ਇਹ ਗ੍ਰੰਥ ਜੋ ਹੈ ਪ੍ਰਾਰੰਭ ਹੁੰਦਾ ਹੈ। ਹੁਣ ਇਹ ਗ੍ਰੰਥ ਅਧਿਆਇ ਪਹਿਲਾ ਲਿਖਿਆ ਹੋਇਆ ਹੈ। ਸੋ ਇਸ ਤਰ੍ਹਾਂ ਪੋਥੀ ਦਾ ਭਾਗ ਹੈ ਪਹਿਲਾ ਅਧਿਆਇ ਪਹਿਲਾ। ਸੋ ਇਸ ਅਧਿਆਇ ਵਿੱਚ ਕਵੀ ਜੀ ਮੰਗਲ ਹੀ ਵਰਣਨ ਕਰਨਗੇ, ਤਦੇ ਉਹਨਾਂ ਨੇ ਇਸ ਦਾ ਨਾਮ ਅਧਿਆਇ ਦੇ ਅੰਤ ਵਿੱਚ ਸਮੁੱਚਾ ਹੀ ਲਿਖਿਆ ਹੈ ਮੰਗਲਾਚਰਨ। ਸੋ ਇਸ ਤਰ੍ਹਾਂ ਮੰਗਲਾਚਰਨ ਦੀ ਵਿਆਖਿਆ ਜੇ ਪਤਾ ਹੋਵੇ, ਪਤਾ ਹੁੰਦਾ ਕਿ ਮੰਗਲਾਚਰਨ ਕੀ ਹੈ। ਮਨ ਦੀ ਕਾਮਨਾ ਪੂਰਨ ਹੋਣ ਵਾਸਤੇ ਜਿਹੜਾ ਕੋਈ ਪਦ ਵਰਤਦੇ ਨੇ ਜਾਂ ਛੰਦ ਜੋ ਕਿਸੇ ਗ੍ਰੰਥ ਦੇ ਸ਼ੁਰੂ ਵਿੱਚ ਕੋਈ ਗ੍ਰੰਥਾਕਾਰ ਲਿਖੇ, ਲਿਖਣ ਵਾਲੇ ਦੀ ਮਨੋਕਾਮਨਾ ਉਸ ਗ੍ਰੰਥ ਦੀ ਨਿਰਵਿਘਨ ਤੇ ਸੁਖ ਪੂਰਵਕ ਸਮਾਪਤੀ ਦੀ ਹੁੰਦੀ ਹੈ। ਸੋ ਗੁਰੂ ਅਬ ਪ੍ਰਿਆਏ ਇਹ ਹੁੰਦਾ ਹੈ, ਗੂੜ ਅਬ ਪ੍ਰਿਆਏ ਜਿਹੜਾ ਹੁੰਦਾ ਹੈ ਐਸਾ ਹੋ ਜਾਂਦਾ ਉਹਦੇ ਵਿੱਚ ਪ੍ਰਯੋਜਨ ਕੇ ਲੇਖਕ ਆਪਣੇ ਕਾਰਜ ਵਿੱਚ ਚੜ੍ਹਦੀਆਂ ਕਲਾਂ ਵਿੱਚ ਰਹੇ, ਮੁਸ਼ੱਕਤ ਤੇ ਮਜਬੂਰੀ ਵਾਲੀ ਬਿਰਤੀ ਵਿੱਚ ਨਾ ਪਵੇ। ਇਸ ਲਈ ਅਰਦਾਸ ਕਿਹਨੂੰ ਕਰਦਾ ਹੈ? ਨਾ ਦਿਸਣ ਵਾਲੇ ਸੰਸਾਰ ਤੋਂ ਸਹਾਇਤਾ ਦੀ ਆਸ ਕਰਦਾ। ਇੱਕ ਉਹ ਸੰਸਾਰ ਹੈ ਜੋ ਦਿਖਦਾ ਹੈ, ਇੱਕ ਅਦਿੱਖ ਹੈ ਕੌਣ ਨਿਰੰਕਾਰ, ਇੱਕ ਉਹ ਜੋ ਅਦਿੱਖ ਹਨ ਸਾਡੇ ਸਤਿਗੁਰ ਜੋ ਨਜ਼ਰ ਨਹੀਂ ਆਉਂਦੇ, ਜੋ ਪ੍ਰਕਾਸ਼ ਸਰਬ ਵਿਆਪਕ ਤੋਂ ਮੰਗਦੇ ਹਨ। ਸੋ ਇਸ ਤਰ੍ਹਾਂ ਮੰਗਲਾਚਰਨ ਜੋ ਸ਼ਾਰਦਾ ਮੰਗਲ ਤੋਂ ਛੁੱਟ ਹੋਰ ਮੰਗਲਾਚਰਨਾਂ ਤੋਂ ਗ੍ਰੰਥਾਕਾਰ ਦੀ ਇਸ਼ਟਾਪਤੀ ਤੇ ਆਸਤਕਤਾ ਦਾ ਵੀ ਪਤਾ ਲੱਗ ਜਾਂਦਾ ਹੈ। ਕਿਉਂਕਿ ਕਵੀ ਜਦੋਂ ਕਵਿਤਾ ਲਿਖਦੇ ਨੇ, ਕਿਉਂਕਿ ਜਿਹੜੀ ਸ਼ਾਰਦਾ ਹੈ ਇਹ ਹੈ ਸਾਰੇ
ਰੂਪ ਦੁਈ ਕੁਦਰਤ ਸਾਜੀਆ ਕਰ ਆਸਣ ਡਿਠੋ ਚਾਓ। ਅਕਾਲ ਪੁਰਖ ਵਾਹਿਗੁਰੂ ਦੀਆਂ ਵੱਖੋ ਵੱਖਰੀਆਂ ਸ਼ਕਤੀਆਂ ਹਨ। ਇਹਨਾਂ ਸ਼ਕਤੀਆਂ ਵਿੱਚ ਇੱਕ ਸ਼ਕਤੀ ਹੈ ਜਿਹੜੀ ਆਪਣੀ ਜ਼ੁਬਾਨ ਦੇ ਉੱਤੇ ਅਤੇ ਬੁੱਧੀ ਦੇ ਉੱਤੇ ਬੈਠ ਕੇ ਆਪਾਂ ਨੂੰ ਬੁਲਾਉਂਦੀ ਹੈ। ਇਹ ਸ਼ਕਤੀ ਹੈ। ਕਵੀ ਇਸ ਕਰਕੇ ਪਹਿਲਾਂ ਉਸ ਸ਼ਕਤੀ ਦਾ ਵਰਣਨ ਕਰਦੇ ਨੇ, ਅਕਾਲ ਪੁਰਖ ਨੂੰ ਨਮਸਕਾਰ ਕਰਦੇ ਨੇ। ਜਿਵੇਂ ਇਸੇ ਅਧਿਆਏ ਦੇ 15 ਮੰਗਲਾਂ ਵਿੱਚੋਂ ਜਿਹੜੇ 14 ਮੰਗਲ ਸਪਸ਼ਟ ਕਰਦੇ ਨੇ ਕਿ ਗ੍ਰੰਥਕਾਰ ਜੀ ਸਿੰਘ ਹਨ। ਜਿਵੇਂ ਆਪਾਂ ਨੇ ਉਚਾਰਨ ਕੀਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਸ ਤੋਂ ਸਿੱਧ ਹੋ ਜਾਂਦਾ ਕਿ ਗੁਰਸਿੱਖ ਹੈ, ਸਿੰਘ ਹੈ, ਬਾਣੀ ਨੂੰ ਮੰਨਣ ਵਾਲਾ ਹੈ। ਮੰਗਲ ਉੱਪਰ ਲਿਖਿਆ ਹੋਵੇ ਜਿਹਾ ਜਿਹਾ ਉਸ ਤੋਂ ਅੰਦਾਜ਼ਾ ਲੱਗ ਜਾਂਦਾ। ਸੋ ਜਿਵੇਂ ਕਿਸੇ ਦਾ ਮੰਗਲ ਹੋਵੇ ਉਸੇ ਤਰ੍ਹਾਂ ਹੀ ਉਹ ਤੋਂ ਪਤਾ ਲੱਗ ਜਾਂਦਾ ਕਿਹੜੇ ਧਰਮ ਨਾਲ ਸੰਬੰਧਿਤ ਹੈ। ਭਗਤੀ ਭਾਵ ਵਾਲੇ ਹਨ ਕਵੀ ਜੀ। ਇੱਕ ਅਕਾਲ ਉਪਾਸਕ ਹਨ, 10 ਸਤਿਗੁਰਾਂ ਦੇ ਸਿੱਖ ਹਨ, ਨਾਮ ਦੇ ਪ੍ਰੇਮੀ ਨੇ ਤੇ ਵਾਹਿਗੁਰੂ ਨਾਮ ਦੇ ਸਿਮਰਨ ਕਰਨ ਵਾਲੇ ਨੇ। ਕਿਉਂਕਿ ਮੰਗਲਾਚਰਨ 3 ਪ੍ਰਕਾਰ ਦੇ ਜਿਹੜੇ ਦੱਸੇ ਨੇ ਉਹਨਾਂ 'ਚ ਇੱਕ ਵਸਤੂ ਨਿਰਦੇਸ਼ਕ ਮੰਗਲ ਹੈ ਜਿਸ ਵਿੱਚ ਨਿਰਗੁਣ ਜਾਂ ਸਰਗੁਣ ਅਕਾਲ ਪੁਰਖ ਦਾ ਕੋਈ ਵਰਣਨ ਜਾਂ ਕੀਰਤਨ ਹੋਵੇ। ਇੱਕ ਆਸ਼ੀਰਵਾਦਕ ਮੰਗਲ ਹੁੰਦੇ ਨੇ ਜਿਸ ਵਿੱਚ ਕਲਿਆਣ ਦੀ ਕਾਮਨਾ ਪ੍ਰਗਟ ਕੀਤੀ ਹੋਵੇ, ਜਿਸ ਵਿੱਚ ਅਸੀਸ ਦਾ ਭਾਵ ਹੋਵੇ। ਇੱਕ ਹੁੰਦੇ ਨੇ ਨਮਸਕਾਰਾਤਮਕ ਮੰਗਲ ਜਿਸ ਵਿੱਚ ਅਦਬ ਸ਼ਰਧਾ ਨਮਸਕਾਰ ਦਾ ਭਾਵ ਹੋਵੇ। ਮੰਗਲ ਇਸੇ ਤਰ੍ਹਾਂ ਹੀ ਵਸਤੂ ਨਿਰਦੇਸ਼ਕ ਮੰਗਲ ਇੱਕ ਆਤਮ ਚਿੰਤਨ ਮੰਗਲ ਹੁੰਦਾ। ਇਹ ਸਤਿਗੁਰੂ ਜੀ ਨੇ ਗੁਰਬਾਣੀ ਦੇ ਅੰਦਰ 52 ਅੱਖਰੀ ਵਿੱਚ ਇੱਕ ਸ਼ਲੋਕ ਲਿਖਿਆ ਹੈ, ਸ਼ਲੋਕ ਡੰਡੌਤ ਬੰਦਨ ਅਨਕ ਬਾਰ। ਇਹ 4 ਮੰਗਲ ਨੇ 2 ਪੰਕਤੀਆਂ ਵਿੱਚ। ਸੋ ਇਹ ਜਿਹੜਾ ਡੰਡੌਤ ਬੰਦਨ ਲਿਖਿਆ ਨਾ ਇਹ ਨਮਸਕਾਰਕ ਮੰਗਲ ਹੈ, ਸਰਬ ਕਲਾ ਸਮਰੱਥ। ਸੋ ਇਸ ਤਰ੍ਹਾਂ ਉਹ ਅਕਾਲ ਪੁਰਖ ਦਾ ਵਸਤੂ ਨਿਰਦੇਸ਼ ਮੰਗਲ ਬਣ ਜਾਂਦਾ ਹੈ। ਡੋਲਣ ਤੇ ਰਾਖੋ ਪ੍ਰਭੂ ਇਹ ਆਸ਼ੀਰਵਾਦ ਮੰਗਿਆ, ਨਾਨਕ ਦੇ ਕਰ ਹੱਥ ਇਹ ਆਸ਼ੀਰਵਾਦ ਮੰਗ ਕੇ ਆਤਮ ਚਿੰਤਨ ਮੰਗਲ ਕੀਤਾ ਹੈ। ਇਸ ਤਰ੍ਹਾਂ 4 ਪ੍ਰਕਾਰ ਦੇ ਮੰਗਲ ਹੁੰਦੇ ਹਨ। ਉਹਨਾਂ ਵਿੱਚੋਂ ਇਹ ਸਾਰੇ ਇਸ ਕਵੀ ਜੀ ਨੇ 15 ਮੰਗਲਾਂ ਉਚਾਰਨ ਕੀਤੇ ਨੇ। 14 ਮੰਗਲ ਤਾਂ ਹਨ ਜਿਹੜੇ ਅਕਾਲ ਪੁਰਖ ਦਾ ਮੰਗਲ, 10 ਸਰੂਪਾਂ ਦੇ ਮੰਗਲ, ਫਿਰ ਜੋ ਜ਼ੁਬਾਨ ਦੇ ਉੱਤੇ ਬੁੱਧੀ ਦੇ ਉੱਤੇ ਵਾਸਾ ਕਰਦੀ ਹੈ ਸ਼ਕਤੀ। ਕਿਉਂਕਿ ਸਾਰੇ ਕਵੀ ਸ਼ੁਰੂ ਤੋਂ ਲੈ ਕੇ ਪਹਿਲਾਂ ਉਹਦਾ ਮੰਗਲ ਵੀ ਕਰਦੇ ਹਨ ਨਾਲ ਕਿ ਸਾਡੇ ਉੱਤੇ ਕਿਰਪਾ ਕਰੋ ਜੋ ਸਾਡੀ ਜ਼ੁਬਾਨ ਸਹੀ ਚੱਲੇ। ਬੁੱਧ ਪ੍ਰਗਾਸ ਭਈ ਮਤ ਪੂਰੀ ਤਾਂ ਤੇ ਬਿੰਸੀ ਦੁਰਮਤ ਦੂਰੀ ਐਸੀ ਗੁਰਮਤ ਪਾਈਲੇ ਬੂੜਤ ਘੋਰ ਅੰਧਕੂਪ ਮੈਂ ਨਿਕਸਿਓ ਮੇਰੇ ਭਾਈ ਰੇ। ਅਥਵਾ ਮਹਾਰਾਜ 10ਵੇਂ ਪਾਤਸ਼ਾਹ ਫਰਮਾਉਂਦੇ ਨੇ ਮੂਕ ਕੁਚਰੈ ਸ਼ਾਸਤਰ ਖਟ ਪਿੰਗ ਦਿਨ ਚੜ ਜਾਏ ਅੰਧ ਲਖੈ ਬਦਰਾਓ ਸੁਣਾ ਜੋ ਕਾਲ ਕਿਰਪਾ ਕਰਾਏ। ਅੱਗੇ ਮਹਾਰਾਜ ਕਹਿੰਦੇ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮਹਾਰਾਜ ਜੀ ਸਾਨੂੰ ਤਾਂ ਕਥਾ ਨਹੀਂ ਆਉਂਦੀ, ਤੁਸੀਂ ਆਪ ਹੀ ਕਿਰਪਾ ਕਰਕੇ ਜਿਵੇਂ 8ਵੇਂ ਪਾਤਸ਼ਾਹ ਮਹਾਰਾਜ ਨੇ ਛੱਜੂ ਝੌੜ ਤੋਂ ਸਿਰ ਤੇ ਛਿਟੀ ਰੱਖ ਕੇ ਗੀਤਾ ਦੇ 7 ਅਰਥ ਕਰਵਾ ਦਿੱਤੇ ਸਨ। ਕਿਉਂ ਮੰਗਲਾਚਰਨ ਨਾਮ ਮਹਿਮਾ ਵਰਣਨ, ਇਹਦੇ ਵਿੱਚ ਨਾਮ ਦੀ ਮਹਿਮਾ ਜਿਹੜੀ ਹੈ ਨਾ ਉਹ ਕਥਨ ਕੀਤੀ ਹੈ। ਨਾਮ ਪ੍ਰਥਮੋ ਧਿਆਏ। ਸੋ ਇਹ ਨਾਮ ਕਾਂਡ ਵਾਲਾ ਪਹਿਲਾ ਧਿਆ ਜਿਹੜਾ ਹੈ ਕਵੀ ਨੇ ਉਚਾਰਨ ਕਰਕੇ ਅਕਾਲ ਪੁਰਖ ਵਾਹਿਗੁਰੂ ਪਾਸੋਂ ਜੋ ਮੰਗ ਮੰਗੀ ਹੈ। ਹੁਣ ਸਭ ਤੋਂ ਪਹਿਲਾਂ ਕਵੀ ਜੀ ਦਾ ਜੋ ਹੈ ਆਪਣਾ ਇਸ਼ਟ ਕੌਣ ਹੈ? ਇਸ਼ਟ ਉਹ ਹੁੰਦਾ ਨਮੋ ਇਸ਼ਟ। ਇਸ਼ਟ ਜਿਹਨਾਂ ਜਾਪ ਸਾਹਿਬ ਪੜ੍ਹਿਆ ਉਹਨਾਂ ਨੂੰ ਪਤਾ ਹੈ ਹਰੇਕ ਦਾ ਆਪੋ ਆਪਣਾ ਇਸ਼ਟ ਦੇਵ ਹੈ। ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ ਹੈ, ਪਰ ਗੁਰਸਿੱਖਾਂ ਦਾ ਇਸ਼ਟ ਦੇਵ ਕੌਣ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ। ਸੋ ਇਸ ਕਰਕੇ ਆਪਣੀ ਇਸ਼ਟ ਦੀ ਮਰਿਆਦਾ ਦਾ ਮੂਲ ਮੰਗਲ ਕਵੀ ਜੀ ਪਹਿਲਾਂ ਕਰਦੇ ਹਨ। ਉਹ ਮੰਗਲ ਜੋ ਕਵੀ ਜੀ ਨੇ ਆਪਣੀ ਇਸ਼ਟ ਦੇਵ ਵਾਸਤੇ ਕੀਤਾ ਰੋਜ਼ ਆਪਾਂ ਪੜ੍ਹਦੇ ਵੀ ਹਾਂ। ਸੋ ਪਹਿਲਾਂ ਉਹੀ ਮੰਗਲ ਕਰਦੇ ਹਾਂ। ਦੋਹਰਾ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਫਰਮਾਉਂਦੇ ਹਨ ਇਸ ਪ੍ਰਕਾਰ ਕਿ ਇੱਕ ਓੰਕਾਰ ਰੂਪ ਹੈ ਸਤਿਗੁਰੂ। ਸਾਡੇ ਸਤਿਗੁਰੂ ਜੀ ਇੱਕ ਓੰਕਾਰ ਰੂਪ ਹਨ। ਏਕ ਓੰਕਾਰਾ ਤੋਂ ਭਾਵ ਏਕ ਓੰਕਾਰ, ਓੰਗ ਵਿਆਪਕ ਵਾਹਿਗੁਰੂ ਅਕਾਲ ਪੁਰਖ, ਕਾਰ ਤੋਂ ਭਾਵ ਕੇਵਲ, ਆ ਤੋਂ ਭਾਵ ਹੈ, ਕੇਵਲ ਇੱਕ ਹੈ ਅਕਾਲ ਪੁਰਖ। ਸੋ ਏਕ ਓੰਕਾਰ ਪਦ ਦੇ ਇਹ ਰੂਪ ਵੀ ਹਨ। ਏਕ ਓੰਕਾਰ ਕਹਿੰਦੇ ਨੇ, ਇੱਕ ਓੰਕਾਰ ਕਹਿੰਦੇ ਨੇ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ।
ਉਹਦੀ ਕਿਰਪਾ, ਵਾਹਿਗੁਰੂ ਦੀ ਕਿਰਪਾ ਦਾ ਸਦਕਾ, ਸਾਡੇ ਸਤਿਗੁਰੂ ਦੀ ਕਿਰਪਾ ਦਾ ਸਦਕਾ ਸੱਚ ਦੀ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਜੀ ਕੀ ਫਤਿਹ। ਬਿਘਨਾ ਬਿਨਾਸਨ ਸੋਇ। ਉਹੀ ਵਾਹਿਗੁਰੂ ਹੈ। ਵਾਹਿਗੁਰੂ ਜੀ ਦੀ ਸਦੀਵ ਕਾਲ ਫਤਿਹ ਹੈ। ਸਦੀਵ ਫਤਿਹ ਵਾਲਾ ਵਾਹਿਗੁਰੂ ਹੋਣ ਕਰਕੇ ਸਰਬੱਤ ਵਿਘਨਾਂ ਵਿੱਚ ਵਾਹਿਗੁਰੂ ਸਹਾਈ ਹੁੰਦੇ, ਵਿਘਨਾਂ ਦਾ ਨਾਸ਼ ਕਰਦੇ ਹਨ। ਕਿਉਂ ਕਵੀ ਜੀ ਨੇ ਇਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਤੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਨੂੰ ਕਵਿਤਾ ਰੂਪ ਵਿੱਚ ਢਾਲ ਲਿਆ। ਪਹਿਲਾ ਜਿਹੜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੈ ਉਹ ਮੰਗਲ ਨੂੰ ਲਿਖਿਆ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ। ਇਹ ਤਾਂ ਲਿਖਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਵਿਤਾ ਵਿੱਚ, ਅਤੇ ਬਾਅਦ ਵਿੱਚ ਲਿਖਿਆ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਕਿਉਂ ਇਹ ਵਾਹਿਗੁਰੂ ਜੀ ਦੀ ਸਦਾ ਹੀ ਫਤਿਹ ਹੈ। ਅਕਾਲ ਪੁਰਖ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਵਾਹਿਗੁਰੂ ਤਾਂ ਕਦੇ ਹਾਰਦਾ ਹੀ ਨਹੀਂ, ਇਸ ਕਰਕੇ ਵਾਹਿਗੁਰੂ ਦੀ ਸਦਾ ਫਤਿਹ ਹੈ। ਵਾਹਿਗੁਰੂ ਪਾਸੋਂ ਇਹ ਆਸ਼ੀਰਵਾਦ ਮੰਗਿਆ ਹੈ। ਆਸ਼ੀਰਵਾਦ ਮੰਗਣ ਤੋਂ ਉਪਰੰਤ ਫਿਰ ਕਵੀ ਜੀ ਜੋ ਇਹ ਸਾਰੇ ਮੰਗਲ ਜਿਤਨੇ ਵੀ ਹਨ ਕਰਨਗੇ ਨਾਲ ਨਾਲ, ਕਿਉਂਕਿ ਇਹ ਮੰਗਲ ਜਿਹੜੇ ਹਨ ਇਹਨਾਂ ਦੀ ਥੋੜੀ ਜਿਹੀ ਇਸ ਤਰ੍ਹਾਂ ਹੁੰਦੀ ਜਿਵੇਂ ਕੋਈ ਰਾਗੀ ਰਾਗ ਗਾਉਂਦੇ ਨੇ। ਜਦੋਂ ਰਾਗਾਂ ਦੇ ਵਿੱਚ ਕੀਰਤਨ ਹੁੰਦਾ ਬਹੁਤ ਸੰਗਤ ਕਹਿੰਦੀ ਇਹ ਸਾਡੀ ਤਾਂ ਸਮਝ ਨਹੀਂ ਆਉਂਦਾ ਕੀ ਕਰਦੇ ਨੇ, ਸਾਨੂੰ ਤਾਂ ਸਿੱਧਾ ਜਿਹਾ ਕੀਰਤਨ ਸੁਣਾਓ। ਇਸ ਤਰ੍ਹਾਂ ਜਿਹੜੇ ਮੰਗਲ ਨੇ, ਮੰਗਲਾਂ ਦੇ ਵਿੱਚ ਥੋੜਾ ਜਿਹਾ ਸਮਝਣਾ ਔਖਾ ਹੁੰਦਾ। ਸੋ ਜਿਸ ਕਰਕੇ ਆਪਾਂ ਸਾਰੇ ਜਿਹੜੇ ਬਾਕੀ ਦੇ ਮੰਗਲ ਹਨ ਉਹ ਵੱਖਰੀ ਕਥਾ ਭਰ ਦਿਆਂਗੇ। ਜਿਨ੍ਹਾਂ ਨੇ ਉਹ ਸੁਣਨੇ ਹੋਣਗੇ ਉਹ ਵੀ ਸੁਣ ਸਕਦੇ ਨੇ। ਹੁਣ ਕਵੀ ਜੀ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਜੋ ਪਹਿਲਾਂ ਅਧਿਆਇ ਸ਼ੁਰੂ ਹੋਣਾ ਉਹਦੇ ਤੋਂ ਪਹਿਲਾਂ ਮੰਗਲ ਕਰਕੇ ਅਰਦਾਸ ਬੇਨਤੀ ਕਰਦੇ ਹਨ। ਚੌਪਈ ਮੋਰ ਮਨੋਰਥ ਭਇਓ ਜਹਾਜੂ। ਸੋ 132 ਅੰਗ ਤੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗੁਰਬਾਰਦ ਅਧਿਆਏ ਜੋ ਦੂਸਰਾ ਹੈ ਇਹਦੇ ਵਿੱਚ ਉਚਾਰਨ ਕਰਦੇ ਨੇ ਮੋਰ ਮਨੋਰਥ ਭਇਓ ਜਹਾਜੂ। ਇਹ ਇੱਕ ਜਿਵੇਂ ਅਲੰਕਾਰ ਬਣਾਇਆ ਹੈ। ਮੇਰਾ ਜਿਹੜਾ ਮਨੋਰਥ ਹੈ ਗ੍ਰੰਥ ਰਚਣ ਦਾ, ਮਾਨੋ ਇੱਕ ਬੜੇ ਸਮਾਜ ਨਾਲ ਭਰਿਆ ਹੋਇਆ ਜਹਾਜ਼ ਬਣ ਗਿਆ ਹੈ ਜੀ। ਸਿੰਧ ਜੇ ਬਿਘਨਾ ਅਥਾਹੇ ਸਮਾਜੂ। ਵਿਘਨਾ ਰੂਪੀ ਅਥਾਹ ਸਮੁੰਦਰ ਹੈ, ਉਹਦੇ ਵਿੱਚ ਮੈਂ ਆਪਣਾ ਜਹਾਜ਼ ਤੋਰਿਆ। ਕਿਉਂਕਿ ਇਹ ਇੰਨਾ ਵੱਡਾ ਜਿਹੜਾ ਕੰਮ ਕਵੀ ਜੀ ਨੇ ਕੀਤਾ, ਬਹੁਤ ਵੱਡਾ, ਸਾਡੇ ਹਿਸਾਬ ਨਾਲ ਬਹੁਤ ਵੱਡਾ ਕਾਰਜ ਕਵੀ ਜੀ ਤੋਂ ਮਹਾਰਾਜ ਜੀ ਨੇ ਕਰਵਾਇਆ ਹੈ। ਤਰਨ ਧਾਰ ਕਰ ਹੀ ਗੁਰ ਕਰਨਾ। ਜੇ ਗੁਰੂ ਰੂਪੀ ਮਿਲਾ ਕਿਰਪਾ ਕਰਨਗੇ ਜੀ ਤਬ ਪਹੁੰਚੋ ਤਟ ਕਰ ਤਿਨ ਪਰਨਾ। ਪਰਨਾ ਹੁੰਦਾ ਆਸਰਾ, ਤਦ ਮੈਂ ਉਹਨਾਂ ਦੇ ਆਸਰੇ ਨਾਲ ਪਰਲੇ ਕਿਨਾਰੇ ਤੇ ਆਪਣਾਗਾ। ਭਾਵ ਗੁਰੂ ਨਾਨਕ ਸਾਹਿਬ ਦੀ ਕਥਾ ਤੋਂ ਲੈ ਕੇ 10ਵੇਂ ਪਾਤਸ਼ਾਹ ਦੀ ਕਥਾ ਤੱਕ ਦਾ ਇਹ ਸਾਰਾ ਸਿਰਾ ਤੁਹਾਡੀ ਕਿਰਪਾ ਨਾਲ ਅਸੀਂ ਸਿਰੇ ਲੱਗਣਾ ਹੈ। ਨਾ ਸਾਡੇ ਕੋਲ ਬੁੱਧੀ ਹੈ, ਨਾ ਸਾਨੂੰ ਚੰਗਾ ਬੋਲਣਾ ਆਉਂਦਾ ਹੈ। ਇਹ ਤਾਂ ਆਪ ਜੀ ਨੇ ਬੁੱਧੀ ਤੇ ਵਾਸਾ ਕਰਨਾ ਹੈ। ਆਪ ਜੀ ਨੇ ਜ਼ੁਬਾਨ ਤੇ ਵਾਸਾ ਕਰਕੇ ਸੋਹਣੇ ਅੱਖਰ ਬੁਲਵਾ ਲੈਣੇ ਜੀ। ਤੁਮਰੋ ਨਾਮ ਨਿਵਾਹੋ ਲਾਜਾ। ਹੇ ਮਹਾਰਾਜ ਸੱਚੇ ਪਾਤਸ਼ਾਹ, ਤੁਹਾਨੂੰ ਆਪਣੇ ਨਾਮ ਦਾ ਬਿਰਦ ਹੈ। ਤੁਸੀਂ ਦਾਸ ਦੀ ਜਿਹੜੀ ਲਾਜ ਹੈ ਨਾ ਜੀ, ਉਹ ਕਿਰਪਾ ਕਰਕੇ ਨਿਭਾ ਦਿਓ ਜੀ। ਕਰਹੁ ਗ੍ਰੰਥ ਪੂਰਨ ਸੁਭ ਕਾਜਾ। ਮੇਰਾ ਇਹ ਸ਼ੁਭ ਕੰਮ ਗ੍ਰੰਥ ਰਚਨ ਦਾ ਸੰਪੂਰਨ ਕਰ ਦਿਓ ਮਹਾਰਾਜ ਜੀ। ਸਭ ਕਰਨਾ ਬਿਨ ਅੱਖਰ ਏਕੂ। ਤੁਹਾਡੀ ਕਿਰਪਾ ਤੋਂ ਬਿਨਾ ਇੱਕ ਵੀ ਜੋ ਅੱਖਰ ਉਚਾਰਨ ਕਰਨਾ ਹੈ ਜੀ। ਨਹੀਂ ਉਪਜਤ ਮੁਝ ਹਿਰਦੈ ਵਿਵੇਕੂ। ਮੇਰੇ ਹਿਰਦੇ ਵਿੱਚ ਤਾਂ ਇੱਕ ਅੱਖਰ ਦਾ ਗਿਆਨ ਵੀ ਨਹੀਂ ਪੈਦਾ ਹੋ ਸਕਦਾ। ਜੇ ਤੁਹਾਡੀ ਕਿਰਪਾ ਨਾ ਹੋਈ ਤਾਂ ਮੈਂ ਨਹੀਂ ਕਥਾ ਕਰ ਸਕਦਾ। ਇਹ ਤਾਂ ਤੁਸੀਂ ਆਪ ਹੀ ਕਿਰਪਾ ਕਰਕੇ ਕਥਾ ਕਰਵਾ ਲੈਣੀ ਮਹਾਰਾਜ ਜੀ। ਦੋਹਰਾ ਗੁਰ ਪਗ ਪ੍ਰੇਮ ਸਮੁੰਦਰ ਸਮ। ਸੁਧਾ ਪਰਦ ਕਵਤਾਸ। ਸੋ ਇਸ ਤਰੀਕੇ ਨਾਲ ਜਿਹੜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਹਨ ਇਹ ਸਮੁੰਦਰ ਦੀ ਤਰ੍ਹਾਂ ਹਨ। ਸੁਧਾ ਪਰਦ ਕਵਤਾਸ। ਇਹ ਜਿਹੜੀ ਕਵਿਤਾ ਹੈ ਇਹ ਜਿਵੇਂ ਇੱਕ ਬਿਲਕੁਲ ਪਾਰਾ ਹੁੰਦਾ ਨਾ ਚਿੱਟਾ, ਇਸ ਪ੍ਰਕਾਰ ਚਿੱਟੀ ਕਵਿਤਾ ਜੋ ਸ਼ੁੱਧ ਬੁੱਧੀ ਦੇ ਨਾਲ ਹੀ ਉਚਾਰਨ ਕੀਤੀ ਜਾ ਸਕਦੀ ਹੈ। ਇਹ ਆਪ ਕਿਰਪਾ ਕਰਕੇ ਸਾਡੇ ਤੇ ਮਿਹਰ ਕਰ ਦਿਓ। ਸੁਧਾ ਤੋਂ ਭਾਵ ਜੋ ਅੰਮ੍ਰਿਤ ਸਰੂਪ ਆਪ ਦੇ ਚਰਨ ਹਨ। ਇਹ ਕਵਿਤਾ ਸ਼ਾਇਰੀ ਪਦ ਨਾਲ ਰਚਨਾ, ਮਨ ਦੇ ਭਾਵ ਆਦਿਕਾਂ ਨੂੰ ਰਮਣੀਕ ਤਰੀਕੇ ਨਾਲ ਛੰਦਬੰਦ ਵਿੱਚ ਕਹਿਣਾ, ਉਹ ਜਿਹੜੀ
ਮੱਤੀ ਦੇਣੀ ਹੈ, ਆਪ ਕਿਰਪਾ ਕਰਕੇ ਉਸ ਮੱਤ ਮੈਨੂੰ ਦੇ ਦਿਓ ਜੀ। ਸਿੱਖ ਬਿੰਦਰਾਦਿਕ ਪੀਵਹੀ ਨਿਤ ਹੋਇ ਸਮਤ ਪ੍ਰਕਾਸ਼। ਸੋ ਆਪ ਜੀ ਕਿਰਪਾ ਕਰੋ ਜੀ, ਇਹਨੂੰ ਸਿੱਖ ਰੂਪੀ ਦੇਵਤੇ ਨਿਤ ਹੀ ਪੀਂਦੇ ਨੇ, ਜਿਸ ਤੋਂ ਉਹਨਾਂ ਦੇ ਹਿਰਦੇ ਵਿੱਚ ਨਿਤ ਹੀ ਸ਼ੁਭ ਬੁੱਧੀ ਦਾ ਪ੍ਰਕਾਸ਼ ਹੁੰਦਾ ਹੈ। ਸੋ ਆਪ ਕਿਰਪਾ ਕਰਕੇ ਮਹਾਰਾਜ ਕਿਰਪਾ ਕਰ ਦਿਓ। ਉਹ ਸਮੁੰਦਰ ਕਵਿਤਾ ਰੂਪੀ ਅੰਮ੍ਰਿਤ ਦਾ ਦਾਤਾ ਹੈ, ਜਿਸ ਨੂੰ ਸਿੱਖ ਰੂਪੀ ਦੇਵਤੇ ਨਿਤ ਹੀ ਪੀਂਦੇ ਹਨ। ਕਿਰਪਾ ਕਰਕੇ ਆਪ ਦੇ ਜਿਹੜੇ ਚਰਨ ਹਨ, ਇਹ ਪ੍ਰੇਮ ਸਮੁੰਦਰ ਦੇ ਵਾਂਗ ਅੰਮ੍ਰਿਤ ਦੇ ਭਰੇ ਹੋਏ ਹਨ, ਤੇ ਇਹਨਾਂ ਵਿੱਚ ਕਿਰਪਾ ਕਰ ਦਿਓ। ਆਪ ਜੀ ਦੀ ਪਾਵਨ ਕਵਿਤਾ ਉਚਾਰਨ ਦਾ ਮੈਨੂੰ ਜੋ ਬਲ ਹੈ ਜੀ, ਇਹ ਕਿਰਪਾ ਹੋ ਜਾਵੇ ਤਾਂ ਪ੍ਰਾਪਤ ਹੋ ਜਾਵੇ। ਇਸ ਤਰ੍ਹਾਂ ਕੁਝ ਮੰਗਲ ਆਪਾਂ ਪਹਿਲਾਂ ਕਰਕੇ ਅਕਾਲ ਪੁਰਖ ਜੀ ਤੋਂ, ਵਾਹਿਗੁਰੂ ਤੋਂ ਆਸ਼ੀਰਵਾਦ ਲਿਆ ਹੈ। ਹੁਣ ਜੋ ਕਥਾ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼, ਇਹ ਪ੍ਰਾਰੰਭ ਹੋਣ ਲੱਗੀ ਹੈ। ਸੋ ਕਰਤਾਰਪੁਰ ਸਾਹਿਬ ਵਿਖੇ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਨੂੰ ਵਡਿਆਈ ਦਿੱਤੀ, ਗੁਰਤਾ ਗੱਦੀ ਦੀ, ਸੱਚਖੰਡ ਚਲੇ ਗਏ ਸਨ। ਉੱਥੋਂ ਕਵੀ ਜੀ ਨੇ ਲੈ ਕੇ ਫਿਰ ਸ੍ਰੀ ਖਡੂਰ ਸਾਹਿਬ ਭਾਈ ਬਾਲਾ ਜੀ ਦਾ ਆਉਣਾ, ਇਹ ਕਿਸ ਪ੍ਰਕਾਰ ਸਾਰੀ ਕਥਾ ਪ੍ਰਾਰੰਭ ਹੋਈ, ਕਿਵੇਂ ਲਿਖਵਾਈ ਗੁਰੂ ਅੰਗਦ ਦੇਵ ਜੀ ਨੇ, ਪ੍ਰਾਰੰਭ ਕਰਦੇ ਹਾਂ। ਆਓ ਰਸਨਾ ਨੂੰ ਪਵਿੱਤਰ ਕਰੀਏ। ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀਓ ਚੌਪਈ ਵਿੱਚ ਕਰਤਾਰਪੁਰੇ ਜਗ ਰਾਈ। ਜਗਤ ਦੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਕਰਤਾਰਪੁਰੇ, ਸ੍ਰੀ ਕਰਤਾਰਪੁਰ ਸਾਹਿਬ, ਜੋ ਇਧਰੋਂ ਖੜ ਕੇ ਦਰਿਆ ਦੇ ਪਰਲੇ ਪਾਸਿਓਂ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਹੀ ਨਜ਼ਰ ਪੈਂਦਾ, ਜੇ ਉਹਦਾ ਲਾਂਘਾ ਮਿਲ ਗਿਆ ਸਾਰੀ ਸੰਗਤ ਮੱਥਾ ਟੇਕ ਸਕੇਗੀ। ਉਸ ਕਰਤਾਰਪੁਰ ਸਾਹਿਬ ਦੀ ਗੱਲ ਕਰਦੇ ਹਨ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਜਗਤ ਦੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਿਰਾਜਮਾਨ ਹਨ। ਸ੍ਰੀ ਅੰਗਦ ਕੋ ਦੀਨ ਵਡਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸੰਸਾਰ ਤੋਂ ਅਲੋਪ ਹੋਣਾ ਕੀਤਾ, ਉਸ ਵਕਤ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਹਿਰਦੇ 'ਚ ਆਪ ਬਿਰਾਜਮਾਨ ਹੋ ਗਏ, ਉਹਨਾਂ ਨੂੰ ਵਡਿਆਈ ਦੇਣ ਵਾਸਤੇ। ਆਪਨ ਕੀਨ ਸੱਚਖੰਡ ਪਿਆਨਾ। ਫਿਰ ਗੁਰੂ ਅੰਗਦ ਦੇਵ ਮਹਾਰਾਜ ਨੂੰ ਵਡਿਆਈ ਦਿੱਤੀ ਗੁਰਤਾ ਗੱਦੀ ਦੀ, ਉਹਨਾਂ ਦੀਆਂ ਪਰਖਾਂ ਲਈਆਂ ਚੰਗੀ ਤਰ੍ਹਾਂ, ਸਾਰਾ ਕੁਝ ਅੱਗੇ ਸ਼ਰਵਣ ਕਰਾਂਗੇ। ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੁਨੀਆ ਨੂੰ ਸਮਝਾਉਣ ਲਈ ਆਪਾਂ ਕਹਿੰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਸੱਚਖੰਡ ਚਲੇ ਗਏ, ਪਰ ਅਸਲ ਵਿੱਚ ਹੁਣ ਕਵੀ ਜੀ ਆਪ ਹੀ ਇਸ ਚੀਜ਼ ਨੂੰ ਸਿੱਧ ਕਰਨਗੇ ਕਿ ਗੁਰੂ ਨਾਨਕ ਗੁਰ ਅੰਗਦ ਕੇ ਹੀਏ ਮੇਂ। ਗੁਰੂ ਨਾਨਕ ਦੇਵ ਜੀ ਕਿੱਥੇ ਚਲੇ ਗਏ? ਉਹ ਜੋਤ ਨਿਰੰਕਾਰੀ ਜੋਤ ਜਿਹਨੇ ਗੁਰੂ ਨਾਨਕ ਰੂਪ ਧਾਰਿਆ ਸੀ, ਉਹ ਗੁਪਤ ਰੂਪ ਹੋ ਕੇ ਗੁਰੂ ਅੰਗਦ ਦੇਵ ਦੇ ਹਿਰਦੇ 'ਚ ਬਿਰਾਜਮਾਨ ਹੋ ਕੇ ਸਿੱਖੀ ਦਾ ਪ੍ਰਚਾਰ ਕਰਨ ਲੱਗੇ ਹਨ। ਜੋਤ ਰੂਪ ਬਿਬ ਤਨ ਪਲਟਾਨਾ। ਜੋਤ ਸਰੂਪ ਗੁਰੂ ਨਾਨਕ ਦੇਵ ਜੀ ਨੇ ਬਿਬ ਹੁੰਦਾ ਦੂਜਾ ਸਰੀਰ ਜਿਹੜਾ ਸੀ ਪਲਟਾ ਲਿਆ। ਕਿਸ ਤਰੀਕੇ ਨਾਲ? ਜੋ ਅਦਪਤ ਇੱਕ ਪੋਸਸ ਤਜਕਾ। ਜਿਵੇਂ ਕਹਿੰਦੇ ਕੋਈ ਰਾਜਾ ਹੁੰਦਾ ਨਾ, ਆਪਣਾ ਇੱਕ ਸਵੇਰੇ ਜਦੋਂ ਆਉਂਦਾ ਉਹਨੇ ਪੀਲੇ ਰੰਗ ਦੀ ਪੋਸ਼ਾਕ ਪਾਈ ਹੁੰਦੀ ਆ, ਫਿਰ ਜਦੋਂ ਦੁਪਹਿਰੇ ਭੋਜਨ ਛਕ ਕੇ ਫਿਰ ਦਰਬਾਰ 'ਚ ਆਉਂਦਾ, ਫਿਰ ਉਹ ਆਪਣੀ ਪੋਸ਼ਾਕ ਨੀਲੇ ਰੰਗ ਦੀ ਕਰ ਦਿੰਦਾ। ਸ਼ਾਮ ਨੂੰ ਜਦੋਂ ਆਉਂਦਾ ਪੋਸ਼ਾਕ ਚਿੱਟੀ ਪਾ ਲੈਂਦਾ। ਰਾਜਾ ਇੱਕੋ ਹੀ ਹੈ ਪਰ ਆਪਣਾ ਪੋਸ਼ਾਕਾ ਬਦਲ ਲੈਂਦਾ। ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਸਰੂਪ ਬਦਲ ਕੇ ਗੁਰੂ ਅੰਗਦ ਦੇਵ ਮਹਾਰਾਜ ਸਰੂਪ 'ਚ ਹੋ ਗਏ ਹਨ। ਵੈਸਹਿ ਸਭਾ ਦੁਤੀ ਤਨ ਸਜਕੈ। ਜਿਵੇਂ ਰਾਜਾ ਆਪਣੀ ਪੋਸ਼ਾਕ ਬਦਲ ਕੇ ਫੇਰ ਆ ਕੇ ਆਪਣੀ ਕਚਹਿਰੀ ਵਿੱਚ ਸਭਾ ਵਿੱਚ ਦੂਸਰਾ ਸਰੂਪ ਧਾਰਨ ਕਰਕੇ ਸਜ ਜਾਂਦਾ ਹੈ। ਤਿਉ ਖਡੂਰ ਮਹਿ ਆਨ ਬਿਰਾਜੇ। ਇਸੇ ਤਰ੍ਹਾਂ ਸ੍ਰੀ ਖਡੂਰ ਸਾਹਿਬ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਗੁਰਤਾ ਗੱਦੀ ਬਖਸ਼ਿਸ਼ ਕੀਤੀ ਗੁਰੂ ਸਾਹਿਬ ਜੀ ਨੂੰ, ਆਪ ਗੁਰੂ ਅੰਗਦ ਦੇਵ ਜੀ ਫੇਰ ਵਸਾਇਆ। ਫੇਰ ਆਣ ਸਤਿਗੁਰੂ ਖਾਡੂਰ, ਇਉਂ ਮਹਾਰਾਜ ਜੀ ਸ੍ਰੀ ਖਡੂਰ ਸਾਹਿਬ ਨੂੰ ਆ ਕੇ ਵਸਾਇਆ। ਜਨ ਸਿਮਰਨ ਕਾਲ ਕਲਮਲ ਭਾਜੇ। ਜਿਨ੍ਹਾਂ ਸਤਿਗੁਰਾਂ ਦੇ ਸਿਮਰਨ ਕਰਨ ਨਾਲ ਧੰਨ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅੰਗਦ ਦੇਵ ਜੀ ਕਹਿਣ ਨਾਲ ਕਲਯੁਗ ਦੇ ਸਾਰੇ ਪਾਪ, ਜਿਹੜੇ ਵੱਡੇ ਛੋਟੇ ਪਾਪ ਦੂਰ ਹੋ ਜਾਂਦੇ ਹਨ। ਦੋਹਰਾ ਤਖਤ ਬੈਠ ਅੰਗਦ ਗੁਰੂ
ਕੀਨ ਖਡੂਰ ਨਿਵਾਸ। ਗੁਰਤਾ ਗੱਦੀ ਦੇ ਤਖਤ ਤੇ ਸਜ ਕਰਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਸ੍ਰੀ ਖਡੂਰ ਸਾਹਿਬ ਵਿਖੇ ਨਿਵਾਸ ਕੀਤਾ। ਨਰਨ ਉਦਾਹਰਣ ਕਾਰਣੇ ਕਰਤ ਸੋ ਭਗਤ ਪ੍ਰਕਾਸ਼। ਕਿਉਂਕਿ ਗੁਰਤਾ ਗੱਦੀ ਗੁਰੂ ਨਾਨਕ ਦੇਵ ਮਹਾਰਾਜ ਨੇ ਸੰਸਾਰ ਅੰਦਰ ਪ੍ਰਗਟ ਕੀਤੀ ਮਨੁੱਖਾਂ ਦੇ ਭਲੇ ਵਾਸਤੇ। ਭਗਤੀ ਮਾਰਗ ਨੂੰ ਸੰਸਾਰ ਅੰਦਰ ਪ੍ਰਗਟ ਕੀਤਾ। ਪਹਿਲਾਂ ਦੁਨੀਆ ਦੇ ਅੰਦਰ ਹਠ ਯੋਗ ਸੀ, ਜਗ ਸੀ, ਤਪ ਸੀ, ਦਾਨ ਕਰਨਾ। ਇਸੇ ਪ੍ਰਕਾਰ ਸੰਸਾਰ ਦੇ ਅੰਦਰ ਯੋਗਾ ਅਭਿਆਸ ਕਰਨਾ ਲੋਕਾਂ ਨੇ, ਵੱਡੀਆਂ ਉਮਰਾਂ, ਸਰੀਰ ਤਕੜੇ, ਜਗ ਪੈਸੇ ਵਾਲੇ ਲੋਕ ਕਰਦੇ ਸੀ। ਫਿਰ ਇਹ ਸਾਰੇ ਪ੍ਰਕਾਰ ਦੀਆਂ ਚੀਜ਼ਾਂ ਜਦੋਂ ਕਲਯੁਗ ਦਾ ਸਮਾਂ ਆਇਆ, ਸਾਰੀਆਂ ਚੀਜ਼ਾਂ ਖਤਮ ਹੋਣ ਲੱਗੀਆਂ, ਪ੍ਰਭਾਵ ਮੁੱਕਣ ਲੱਗੇ, ਲੋਕਾਂ ਦੇ ਸਰੀਰ ਉਹੋ ਜਿਹੇ ਰਹੇ ਨਹੀਂ, ਧਿਆਨ ਟਿਕਾਉਣਾ ਔਖਾ ਹੋ ਜਾਂਦਾ, ਜਗ ਕਰਨਾ ਔਖਾ ਪੈਸੇ ਤੋਂ ਬਿਨਾਂ। ਇਸ ਤਰ੍ਹਾਂ ਮਹਾਰਾਜ ਨੇ ਧਰਤੀ ਦੇ ਉੱਤੇ ਭਗਤੀ ਨੂੰ ਪ੍ਰਕਾਸ਼ ਕਰਨ ਲਈ, ਭਗਤੀ ਨੂੰ ਪ੍ਰਗਟ ਕਰਨ ਲਈ, ਨਾਮ ਦੀ ਮਹਿਮਾ ਚਲਾਉਣ ਲਈ ਸਤਿਗੁਰੂ ਜੀ ਨੇ ਫਿਰ ਇਹ ਦੂਸਰਾ ਰੂਪ ਧਾਰਿਆ। ਵਈਆ ਇੱਕ ਬਾਸੁਰ ਆਸਨ ਦਾਸ ਅਸੀਨਾ। ਸੋ ਇਸ ਤਰ੍ਹਾਂ ਇੱਕ ਦਿਨ ਦੀ ਗੱਲ ਹੈ, ਕਹਿੰਦੇ ਆਪਣਾ ਸੁੰਦਰ ਪਲੰਘ ਜੋ ਸਤਿਗੁਰੂ ਦਾ ਡਾਹਿਆ ਹੋਇਆ ਸੀ, ਸੇਵਾਦਾਰਾਂ ਨੇ ਸੋਹਣਾ ਬਿਸਤਰਾ ਵਿਛਿਆ ਹੋਇਆ, ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਸੋ ਧਿਆਨ ਵੇਖਾ ਗੁਰ ਅੰਗਦ ਹੋਏ। ਉਸ ਵਕਤ ਧਿਆਨ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਧਿਆਨ ਕਰਕੇ ਸਮਾਧੀ ਲੀਨ ਹੋ ਗਏ। ਗੁਰੂ ਨਾਨਕ ਕੇ ਪਦ ਪੰਕਜ ਲੀਨਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ 'ਚ ਬਿਰਤੀ ਲੀਨ ਹੋ ਗਈ। ਨਿਰੰਤਰ ਹੀ ਮੁਦ ਲੋਚਨ ਕੋਏ। ਨਿਰੰਤਰ ਇੱਕ ਰਸ ਹੀ, ਜਿਹੜੇ ਅੱਖਾਂ ਦੇ ਕੋਏ ਸਨ, ਅੱਖਾਂ ਸਨ ਬਿਲਕੁਲ ਬੰਦ ਕਰਕੇ ਇੱਕ ਰਸ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਧਿਆਨ ਕਰਕੇ ਬੈਠੇ ਹਨ। ਵਨ ਜਾ ਉਪਜੀ ਔਰ ਵਿੱਚ ਵਿਚਾਰ। ਇਸ ਤਰੀਕੇ ਨਾਲ ਮਨ ਦੇ ਅੰਦਰ ਜਦੋਂ ਇਹ ਵਿਚਾਰ ਫਿਰ ਇੱਕ ਆਈ ਧਿਆਨ ਦੇ ਵਿੱਚ, ਸੋ ਕਿੰਕਰ ਕੇ ਭ੍ਰਮ ਜਾਸ ਬਿਗੋਏ। ਸੋ ਜਿਨ੍ਹਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਦਾਸਾਂ ਦੇ ਭਾਵ ਸਿੱਖਾਂ ਦੇ ਇੰਨੇ ਜ਼ਿਆਦਾ ਭਰਮ ਦੂਰ ਕੀਤੇ, ਕਿਰਪਾਵਾਂ ਕੀਤੀਆਂ, ਇੰਨਾ ਵੱਡਾ ਜਿਨ੍ਹਾਂ ਦਾ ਪਾਵਨ ਇਤਿਹਾਸ ਹੈ। ਪਰਮੇਸ਼ਰ ਸ੍ਰੀ ਗੁਰੂ ਨਾਨਕ ਕੋ ਜਨਾ। ਸੋ ਜਿਨ੍ਹਾਂ ਨੇ ਪਰਮੇਸ਼ਰ ਸ੍ਰੀ ਗੁਰੂ ਨਾਨਕ ਸੋ ਜਿਨ ਭੇਦ ਨਾ ਮਦ ਤਰੰਗੈ ਤੋਏ। ਜਿਵੇਂ ਤੋਏ ਤੋਂ ਭਾਵ ਪਾਣੀ ਦਾ ਤੇ ਤਰੰਗਾ ਲਹਿਰਾਂ ਦਾ, ਸਮੁੰਦਰ ਵਿੱਚ ਕੋਈ ਭੇਦ ਨਹੀਂ ਹੁੰਦਾ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਤੇ ਪਰਮੇਸ਼ਰ ਦਾ ਤਾਂ ਕੋਈ ਭੇਦ ਨਹੀਂ, ਕਿਉਂਕਿ ਸਰਗੁਣ, ਨਿਰਗੁਣ, ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਸਵਈਆ ਚਿਤ ਪ੍ਰੀਤ ਕੀ ਰੀਤ। ਚਿਤੈ ਨਿਤ ਹੀ ਭਵ ਮੈਂ ਭਵ ਕੋ ਸ੍ਰੀ ਗੁਰ ਕੋ ਬਿਦਲੀਨੋ। ਚਿੱਤ ਵਿੱਚ ਰੋਜ਼ ਚਿਤਵਦੇ ਹਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪ੍ਰੀਤੀ, ਤੇ ਜਿਨ੍ਹਾਂ ਦਾ ਵਾਹਿਗੁਰੂ ਨਾਲ ਭੇਦ ਨਹੀਂ, ਜਿੱਕਾਂ ਜਲ ਤੇ ਲਹਿਰਾਂ ਦਾ ਫਰਕ ਨਹੀਂ ਹੁੰਦਾ, ਚਿਤਵਦੇ ਨੇ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿ ਜਿਨ੍ਹਾਂ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਤੇ ਆ ਕਰਕੇ ਅਵਤਾਰ ਧਾਰਿਆ ਔਰ ਫਿਰ ਕਈ ਤਰੀਕੇ ਨਾਲ ਕਿਸ ਤਰ੍ਹਾਂ ਦੁਨੀਆ ਨੂੰ ਤਾਰਿਆ। ਵਾ ਕੇ ਦਿਲਾਸ ਜੋ ਇਤਿਹਾਸ ਕਹਿ ਸਿੱਖ ਕੌਣ ਪ੍ਰਵੀਨਾ। ਹੁਣ ਮਨ ਦੇ ਅੰਦਰ ਇਹ ਵਿਚਾਰ ਪੈਦਾ ਹੋਈ ਸਤਿਗੁਰੂ ਅੰਗਦ ਦੇਵ ਮਹਾਰਾਜ ਦੇ ਕਿ ਜਿਹੜੇ ਸਾਡੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ, ਕਿਵੇਂ ਉਹਨਾਂ ਨੇ ਅਵਤਾਰ ਧਾਰਿਆ, ਕਿਵੇਂ ਕੌਤਕ ਕੀਤੇ ਬਚਪਨ ਤੋਂ ਲੈ ਕੇ, ਕਿਵੇਂ ਦੁਨੀਆ ਤਾਰੀ, ਕਿਸ ਤਰ੍ਹਾਂ ਸਾਰਾ ਕੁਝ ਬਾਣੀ ਉਚਾਰਨਾ ਕੀਤੀ, ਸੰਸਾਰ ਦਾ ਭਲਾ ਕੀਤਾ। ਉਹਨਾਂ ਦਾ ਜੀਵਨ ਜੇ ਨਾ ਲਿਖਿਆ, ਦੁਨੀਆ ਨੂੰ ਕਿਵੇਂ ਪਤਾ ਲੱਗੇਗਾ ਉਹਨਾਂ ਨੇ ਕੀ ਕੀ ਕੌਤਕ ਕੀਤੇ ਨੇ। ਇਹ ਮਨ ਦੇ ਅੰਦਰ ਫੁਰਨਾ ਹੋਇਆ ਕਿ ਕੌਣ ਸਿੱਖ ਹੈ ਐਸਾ ਜਿਹੜਾ ਗੁਰੂ ਨਾਨਕ ਸਾਹਿਬ ਬਾਰੇ ਮੈਨੂੰ ਸਾਰਾ ਕੁਝ ਦੱਸ ਦੇਣਾ ਕਰੇ, ਜਿਹੜਾ ਗੁਰੂ ਨਾਨਕ ਸਾਹਿਬ ਦੇ ਨਾਲ ਵੀ ਰਿਹਾ ਹੋਵੇ। ਸਭ ਦੇਸ ਵਿਦੇਸਨ ਕੋ ਰਟਨੋ ਕਟਨੋ ਕੁਟਲੰਗ ਵੱਡ ਦੰਭ ਜੋ ਕੀਨੋ। ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਏ, ਵਿਦੇਸ਼ਾਂ ਦਾ ਰਟਨ ਕੀਤਾ। ਕਟਨੋ ਕੁਟਲਿੰਗ ਜਿਹੜਾ ਸੀਗਾ, ਕੁਟਲਿੰਗ ਹੁੰਦਾ ਪਾਪ, ਪਾਪ ਅਤੇ ਦੰਭ ਜਿਹੜੇ ਪਖੰਡ ਕੀਤੇ ਹੋਏ ਸੀ ਲੋਕਾਂ ਨੇ, ਉਹਨਾਂ ਸਾਰਿਆਂ ਪਖੰਡਾਂ ਨੂੰ, ਪਾਪਾਂ ਨੂੰ
ਜਾ ਜਾ ਕੇ ਥਾਂ ਥਾਂ ਗੁਰੂ ਨਾਨਕ ਦੇਵ ਜੀ ਨੇ ਜਿਵੇਂ ਕੱਟਿਆ। ਚਿਤ ਚਿੰਤਤ ਦੇਤ ਅਚਿੰਤਤ ਤਾ ਜੋ ਬੈਸ ਇਕੰਤ ਗੁਰੂ ਰਸ ਭੀਨਾ। ਸੋ ਚਿੱਤ ਚਿੰਤਤ ਦੇਤ ਅਚਿੰਤਤਾ। ਹੁਣ ਚਿੱਤ ਦੇ ਵਿੱਚ ਚਿੰਤਤ ਹਨ, ਜਿਹੜੇ ਅਚਿੰਤਤਾ ਦੇਣ ਵਾਲੇ ਗੁਰੂ ਅੰਗਦ ਦੇਵ ਜੀ ਨੇ ਨਾ, ਅੱਜ ਉਹ ਇਸ ਗੱਲ ਦੀ ਚਿੰਤਾ ਕਰ ਰਹੇ ਨੇ ਜਿਹੜੇ ਸਾਰਿਆਂ ਨੂੰ ਅਚਿੰਤਤਾ ਅਵਸਥਾ ਦਿੰਦੇ ਨੇ। ਬੈਸ ਇਕੰਤ ਗੁਰੂ ਰਸ ਭੀਨੋ, ਇਕਾਂਤ ਵਿੱਚ ਬੈਠ ਕੇ ਗੁਰੂ ਨਾਨਕ ਸਾਹਿਬ ਦੇ ਪ੍ਰੇਮ ਵਿੱਚ ਭਿੱਜ ਕੇ ਇਹ ਚਿੰਤਾ 'ਚ ਆ ਗਏ ਵੀ ਸਾਡੇ ਸਤਿਗੁਰਾਂ ਦਾ ਜੀਵਨ ਜਿਹੜਾ ਹੈ ਉਹ ਜਿਵੇਂ ਜਿਵੇਂ ਕੌਤਕ ਕੀਤੇ ਨੇ ਉਹਨੂੰ ਕਿਵੇਂ ਲਿਖੀਏ। ਦੋਹਰਾ ਸ੍ਰੀ ਗੁਰ ਬਾਰਸਰ ਬਗ ਔਰ ਡਰ ਹਰ ਅਰ ਜੁਰ ਤੀਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਰਬੱਗਯ, ਰਾਤ ਵੀ ਦੱਸਿਆ ਸੀ, ਸਰਬ ਦੇ ਗਿਆਤੇ, ਅੰਤਰਜਾਮੀ, ਜਿਨ੍ਹਾਂ ਨੇ ਸਾਰਿਆਂ ਦੇ ਜਿਹੜੇ ਦਿਲ ਦਾ ਡਰ ਸੀ ਉਹ ਦੂਰ ਕੀਤਾ। ਅਤੇ ਅਰ ਜੁਰ ਤੀਨ, ਜੁਰ ਹੁੰਦੇ ਨੇ ਪਾਪ, ਆਦਿ ਵਿਆਧੀ ਉਪਾਧੀ। ਇਸ ਤਰ੍ਹਾਂ ਆਦਿ ਮਨ ਦੇ ਆਸਰੇ, ਚਿੰਤਾ ਗਮ ਸੋਗ ਫਿਕਰ, ਵਿਆਧੀ ਜਿਹੜੀ ਹੁੰਦੀ ਹੈ ਸਰੀਰ ਨੂੰ ਫੋੜਾ ਫਿਣਸੀ ਬੁਖਾਰ ਸੱਟ ਆਦਿਕ ਲੱਗ ਜਾਣੀ। ਉਪਾਧੀ ਹੁੰਦੀ ਬਾਹਰੋਂ ਕਿਸੇ ਨੇ ਡਾਂਗ ਸੋਟਾ ਮਾਰ ਦੇਣਾ ਜਾਂ ਕੋਈ ਹੋਰ ਚੀਜ਼ ਦਾ ਲੱਗ ਜਾਣਾ। ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਸਰਬੱਗ ਸਤਿਗੁਰਾਂ ਨੇ ਜਿਹੜੇ ਸਾਰੇ ਡਰ ਦੂਰ ਕੀਤੇ ਦੁਨੀਆ ਦੇ ਅਤੇ ਤਿੰਨਾਂ ਤਾਪਾਂ ਨੂੰ ਸਾੜ ਦਿੱਤਾ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਐਸੇ ਸਤਿਗੁਰੂ। ਪੜ੍ਹੈ ਸੁਣੈ ਸਿੱਖ ਹੋਏ ਗਤ ਹਿਰਦੇ ਮਨੋਰਥ ਕੀਨਾ। ਜਿਹੜਾ ਗੁਰਸਿੱਖ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਪੜ੍ਹੇਗਾ ਨਾ, ਕੋਈ ਸੁਣੇਗਾ, ਉਹਦੀ ਗਤ ਕਲਿਆਣ ਹੋ ਜਾਵੇਗੀ। ਉਹ ਮਨ 'ਚ ਸੋਚਿਆ, ਕਿਉਂਕਿ ਇਹ ਇੱਕ ਥਿਊਰੀ ਹੈ, ਸਾਰੇ ਸਮਝ ਲਓ। ਜਦੋਂ ਆਪਾਂ ਕਥਾ ਕਰਦੇ ਹਾਂ, ਕਿਸੇ ਨੂੰ ਯਾਦ ਕਰਦੇ ਹਾਂ, ਕਿਸੇ ਨੂੰ ਵੀ ਪੜ੍ਹਦੇ ਹਾਂ, ਉਹਨਾਂ ਨੂੰ ਸਭ ਪਤਾ ਹੋ ਜਾਂਦਾ। ਜਿਵੇਂ ਅੱਜ ਆਪਾਂ ਗੁਰੂ ਨਾਨਕ ਦੇਵ ਜੀ ਨੂੰ ਯਾਦ ਕੀਤਾ, ਹੁਣ ਜਿੰਨੇ ਦਿਨ ਉਹਨਾਂ ਦੀ ਕਥਾ ਹੋਵੇਗੀ, ਗੁਰੂ ਅੰਗਦ ਦੇਵ ਜੀ ਕਥਾ, ਮਹਾਰਾਜ ਜੀ ਉਹਨੇ ਦਿਨ ਆਪਣੇ ਕੋਲ ਹਾਜ਼ਰ ਰਹਿਣਗੇ, ਹਾਜ਼ਰ ਨਾਜ਼ਰ। ਉਹ ਤਾਂ ਹਰ ਟਾਈਮ ਹੀ ਹਾਜ਼ਰ ਨਾਜ਼ਰ ਨੇ, ਪਰ ਵਿਸ਼ੇਸ਼ ਪਹਿਰਾ ਗੁਰੂ ਨਾਨਕ ਦੇਵ ਜੀ ਦਾ ਹੋਵੇਗਾ। ਇਸ ਕਰਕੇ ਗੁਰੂ ਨਾਨਕ ਦੇਵ ਜੀ ਆਪ ਹੀ ਕਿਰਪਾ ਕਰ ਰਹੇ ਨੇ। ਉਹਨਾਂ ਨੂੰ ਕਿਸੇ ਬਹਾਨੇ ਆਪਾਂ ਜਦੋਂ ਯਾਦ ਕਰਾਂਗੇ ਕਥਾ ਦੇ ਰਾਹੀਂ, ਉਹਨਾਂ ਨੇ ਸਾਖੀਆਂ, ਸਾਡੇ ਮਨਾਂ ਦੀ ਪਵਿੱਤਰਤਾ ਹੋਵੇਗੀ, ਕੰਨਾਂ ਦੀ ਪਵਿੱਤਰਤਾ ਹੋਵੇਗੀ, ਸਰੀਰ ਦੀ ਪਵਿੱਤਰਤਾ ਹੋਵੇਗੀ। ਜੋ ਫੁਰਨਾ ਕਰਾਂਗੇ ਉਹ ਪੂਰਾ ਹੋਵੇਗਾ। ਇਸ ਤਰ੍ਹਾਂ ਕਥਾ ਵਾਸਤੇ ਵੀ ਸਮਝਣਾ ਪੈਂਦਾ ਕਿ ਕਾ ਨਾਮ ਸੁਖ ਦਾ ਹੈ ਤੇ ਥਾ ਨਾਮ ਥਾਂ ਦਾ ਹੈ। ਸੁਖ ਸਰੂਪ ਦੀ ਥਾਂ, ਕਥਾ, ਇਹ ਦੋ ਅੱਖਰਾਂ ਨੂੰ ਮਿਲਾ ਕੇ ਅੱਖਰ ਬਣਿਆ ਕਥਾ। ਕਿਉਂ ਇਹ ਕਥਾ ਹੈ ਜੋ ਸਤਿਗੁਰਾਂ ਦੀ। ਚੌਪਈ ਉਤ ਬਾਲੇ ਸੰਧੂ ਸੋ ਵਿਚਾਰਾ। ਜਦੋਂ ਸਤਿਗੁਰੂ ਅੰਗਦ ਦੇਵ ਮਹਾਰਾਜ ਨੇ ਵਿਚਾਰਿਆ ਕਿ ਕਿਸ ਸਿੱਖ ਤੋਂ ਲਿਖਵਾਈਏ ਜੀਵਨ, ਕਿਹੜਾ ਹੈ ਜਾਂ ਜਿਹੜਾ ਨਾਲ ਰਿਹਾ ਹੋਵੇ, ਜਿਹਨੂੰ ਸਾਰਾ ਹੀ ਪਤਾ ਹੋਵੇ, ਉਧਰ ਆਪ ਹੀ ਪ੍ਰੇਰਨਾ ਦੇ ਦਿੱਤੀ ਭਾਈ ਬਾਲਾ ਜੀ ਨੂੰ। ਉਹਨਾਂ ਨੇ ਮਨ ਦੇ ਅੰਦਰ ਵਿਚਾਰਨਾ ਕੀਤਾ, ਭਾਈ ਬਾਲਾ ਜੀ ਨੇ। ਸ੍ਰੀ ਨਾਨਕ ਭੇ ਹਰ ਅਵਤਾਰਾ। ਭਾਈ ਗੁਰੂ ਨਾਨਕ ਦੇਵ ਜੀ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਅਵਤਾਰ ਹੋਏ ਆ। ਨਿਜ ਸਥਾਨ ਸੋ ਕੌਣ ਬਿਠਾਇਓ। ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਭਾਈ ਬਾਲਾ ਜੀ ਨੂੰ ਹੁਕਮ ਕਰਤਾ ਸੀ ਕਿ ਹੁਣ ਸਾਰੀ ਯਾਤਰਾ ਪੂਰੀ ਹੋ ਗਈ, ਤੁਸੀਂ ਘਰ ਕੰਮਕਾਰ ਕਰੋ। ਭਾਈ ਬਾਲਾ ਜੀ ਦੇ ਪਿਤਾ ਜੀ ਦਾ ਨਾਮ ਸੀ ਚੰਦਰਭਾਨ। ਕਈ ਕਹਿੰਦੇ ਉਹ ਰਹੇ ਹੀ ਨਹੀਂ ਮਹਾਰਾਜ। ਚੰਦਰਭਾਨ ਦਾ ਖੂਹ ਹੁਣ ਤੱਕ ਉੱਥੇ ਹੈਗਾ, ਜਿੱਥੇ ਗੁਰੂ ਨਾਨਕ ਦੇਵ ਜੀ ਆ ਕੇ ਬੈਠੇ ਸੀ, ਉੱਥੇ ਸਥਾਨ ਬਣਿਆ ਹੋਇਆ। ਚੰਦਰਭਾਨ ਦੇ ਖੂਹ ਤੇ ਬਾਹਰ ਬਹਿੰਦੇ ਹੁੰਦੇ ਸੀ ਇਹ ਭਾਈ ਬਾਲਾ ਜੀ। ਭਾਈ ਬਾਲਾ ਜੀ ਨੇ ਮਨ ਦੇ ਅੰਦਰ ਵਿਚਾਰ ਕੀਤੀ ਕਿ ਗੁਰੂ ਨਾਨਕ ਦੇਵ ਜੀ ਨੇ ਇੰਨਾ ਵੱਡਾ ਜਿਹੜਾ ਅਵਤਾਰ ਧਾਰਿਆ, ਉਹਨਾਂ ਨੇ ਆਪਣੀ ਜਗ੍ਹਾ ਦੇ ਉੱਤੇ ਅੱਗੇ ਹੋਣਾ, ਕਿੰਨਾਂ ਨੂੰ ਸਤਿਗੁਰੂ ਥਾਪਿਆ ਹੈ। ਜਿਸ ਦਰਸ਼ਨ ਜੀਰਾ ਲਲਚਾਇਓ। ਹੁਣ ਮੇਰਾ ਮਨ ਨਹੀਂ ਲੱਗਦਾ, ਘਰ ਬੈਠਿਆਂ ਚਿੱਤ ਕਰਦਾ ਉਹਨਾਂ ਦੇ ਦਰਸ਼ਨ ਕਰੀਏ ਜਿਹੜੇ ਗੁਰੂ ਨਾਨਕ ਦੇਵ ਜੀ ਤੋਂ ਅੱਗੇ ਹੁਣ ਬੈਠੇ ਨੇ ਗੁਰਤਾ ਗੱਦੀ ਤੇ। ਉਹਨਾਂ ਦੇ ਦਰਸ਼ਨ ਕਰੀਏ, ਵਿਚਾਰ ਕਰੀਏ ਬਾਣੀ ਦੀ, ਉਹਨਾਂ ਨਾਲ ਬੈਠ ਕੇ ਪਿਆਰ ਕਰੀਏ, ਉਹਨਾਂ ਦੇ ਚਰਨਾਂ ਦੀ ਸੇਵਾ ਕਰੀਏ। ਬਹੁ ਧਰਮ ਬੋਲਿਓ ਇਮ ਬਾਲਾ। ਬਹੁਤਿਆਂ ਬੰਦਿਆਂ ਵਿੱਚ ਬੈਠੇ ਹੋਏ ਭਾਈ ਬਾਲਾ ਜੀ ਨੇ ਬਚਨ ਕਿਹਾ ਸਾਰਿਆਂ ਨੂੰ।
ਇੱਕ ਸਿੱਖ ਬਚ ਭਾਖਿਓ ਤੇ ਕਾਲਾ। ਉਸ ਵਕਤ ਉਸ ਸਮੇਂ ਇੱਕ ਗੁਰਸਿੱਖ ਨੇ ਦੱਸਿਆ, ਤਿਹਣ ਗੋਤ ਅੰਗਦ ਤਿਹ ਨਾਮੋ। ਜਦੋਂ ਪੁੱਛਿਆ ਬਹੁਤਿਆਂ ਬੰਦਿਆਂ ਵਿੱਚ ਕਿ ਹੁਣ ਗੁਰੂ ਨਾਨਕ ਦੇਵ ਜੀ ਦੀ ਅੱਗੇ ਗੱਦੀ ਤੇ ਕੌਣ ਬਿਰਾਜਮਾਨ ਨੇ, ਇੱਕ ਸਿੱਖ ਬੋਲਿਆ ਸ੍ਰੀ ਨਨਕਾਣਾ ਸਾਹਿਬ ਵਿਖੇ ਤਿਹਣ ਗੋਤ ਅੰਗਦ ਤੇ ਨਾਮੋ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦਾਤ ਬਖਸ਼ਿਸ਼ ਕੀਤੀ ਹੈ। ਤ੍ਰਿਹਣ ਗੋਤ ਹੈ ਉਹਨਾਂ ਦਾ। ਗੁਰਤਾ ਉਚਿਤ ਭਇਓ ਅਬਿਰਾਮੋ। ਸੋ ਉਹਨਾਂ ਨੇ ਗੁਰਤਾ ਗੱਦੀ ਦੇ ਲਾਇਕ ਦੇਖਿਆ, ਬੜੀਆਂ ਪਰਖਾਂ ਲਈਆਂ, ਜਦੋਂ ਯੋਗ ਦੇਖਿਆ ਤਾਂ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਉਹਨਾਂ ਨੂੰ। ਕਬਿਤ ਸਰਤ ਸਨ ਬਾਲੇ ਬਾਤ ਭਇਓ ਪੁਲ ਕਾਤ ਗਾਤ। ਹੁਣ ਜਦੋਂ ਭਾਈ ਬਾਲਾ ਜੀ ਨੇ ਆਪਣੇ ਸ਼ਰੁੱਤ ਹੁੰਦੇ ਕੰਨਾਂ ਦੇ ਵਿੱਚ ਸੁਣਿਆ ਨਾ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਅੱਗੇ ਗੁਰਤਾ ਗੱਦੀ ਤੇ ਬਿਰਾਜਮਾਨ ਨੇ, ਪੁਲਕਾਤ ਹੁੰਦੀ ਸਰੀਰ ਦੇ ਸਾਰੇ ਰੋਮ ਖੜੇ ਹੋ ਕੇ ਸੁਣ ਕੇ ਖੁਸ਼ੀ ਵਿੱਚ ਆ ਕੇ ਅੰਗ ਨਾ ਸਮਾਤ ਚੱਲਿਓ ਤਾਹਾਂ ਤਬ ਧਾਇਕ। ਖੁਸ਼ੀ ਅੰਗਾਂ 'ਚ ਨਹੀਂ ਸਮਾਉਂਦੀ, ਬਹੁਤੇ ਖੁਸ਼ ਹੋਏ। ਧਾਇਕ ਹੈ, ਛੇਤੀ ਨਾਲ ਕਾਹਲੀ ਵਿੱਚ ਉਸੇ ਵਕਤ ਕਹਿੰਦੇ ਨੇ ਛੇਤੀ ਛੇਤੀ ਚੱਲ ਕੇ ਵੀ ਮੈਂ ਗੁਰੂ ਅੰਗਦ ਦੇਵ ਦੇ ਦਰਸ਼ਨ ਕਰਾਂ। ਇਉਂ ਮਹਾਰਾਜ ਸੱਚੇ ਪਾਤਸ਼ਾਹ ਕੋਲ ਧਾ ਕੇ ਚੱਲੇ। ਕਾਤਕ ਦਿਵਸ ਪੁੰਨਿਓ ਆਏ ਸੋਧਦਾਰ ਕੀਨੋ। ਕੁਦਰਤੀ ਕੱਤੇ ਦੇ ਮਹੀਨੇ ਦੀ ਪੁੰਨਿਆ ਸੀ ਉਦਣ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਵਾਲੇ ਦਿਨ ਹੀ ਆ ਕੇ ਗੁਰੂ ਅੰਗਦ ਦੇਵ ਜੀ ਦੇ ਸ੍ਰੀ ਖਡੂਰ ਸਾਹਿਬ ਵਿਖੇ ਭਾਈ ਬਾਲਾ ਜੀ ਨੇ ਦਰਸ਼ਨ ਕੀਤੇ ਸਨ। ਕਾਰੀ ਕਾਰ ਬੰਦ ਅਬ ਬੰਦ ਸੀਸ ਨਾਇਕੋ। ਉਸ ਵਕਤ ਦੋਵੇਂ ਹੱਥ ਜੋੜ ਕਰਕੇ ਬਹੁਤ ਪਿਆਰ ਨਾਲ ਸਿਰ ਨਿਵਾ ਕੇ ਦਿਲੋਂ ਪਿਆਰ ਨਾਲ ਮੱਥਾ ਟੇਕਿਆ, ਡੰਡਾਉਤ ਬੰਦਨਾ ਕੀਤੀ। ਦੇਖਤ ਮਗਨ ਭਇਓ ਆਵਨ ਸਫਲ ਕੀਓ। ਉਸ ਵਕਤ ਦੇਖ ਕਰਕੇ ਗੁਰੂ ਅੰਗਦ ਦੇਵ ਦਾ ਮਹਾਰਾਜ ਦਾ ਦਰਸ਼ਨ ਦੇਖਦਿਆਂ ਸਾਰ ਬਹੁਤ ਮਨ ਖੁਸ਼ ਹੋਇਆ, ਬਹੁਤ ਮਨ ਨੂੰ ਉਸ ਵਕਤ ਆਨੰਦ ਹੋਇਆ, ਕਿਉਂਕਿ ਜਿਤ ਮਿਲਿਆ ਮਨ ਹੋਇਆ ਆਨੰਦ ਸੋ ਸਤਿਗੁਰੂ ਕਹੀ ਹੈ। ਐਸੇ ਸਤਿਗੁਰਾਂ ਦੇ ਆ ਕੇ ਦਰਸ਼ਨ ਕਰਕੇ ਸੋਚਦੇ ਨੇ ਮੇਰਾ ਜੀਵਨ ਸਫਲਾ ਹੋ ਗਿਆ। ਬੈਠੋ ਸੁਖ ਮਾਨ ਗੁਰ ਆਇਸ ਕੋ ਪਾਇਕ। ਸਤਿਗੁਰੂ ਮਹਾਰਾਜ ਨੂੰ ਮੱਥਾ ਟੇਕਿਆ, ਸਤਿਗੁਰੂ ਨੇ ਬਚਨ ਕੀਤਾ ਆਓ ਭਾਈ ਬੈਠੋ। ਮਹਾਰਾਜ ਦੇ ਬਚਨ ਸੁਣ ਕੇ ਮਿਠਾਸ ਭਰੇ ਕੋਲ ਬੈਠ ਕੇ ਜਾਣੀ ਮਨ ਨੂੰ ਬਹੁਤ ਦੇਰ ਤੋਂ ਜੋ ਦਰਸ਼ਨ ਨਾ ਸੀ ਹੋਏ, ਮਨ ਨੂੰ ਬੜਾ ਹੀ ਸੁਖ ਮਿਲਿਆ, ਕਿਉਂਕਿ ਸਤਿਗੁਰੂ ਜੀ ਦੀ ਬੋਲੀ ਐਸੀ ਹੈ ਜਦੋਂ ਬੋਲਦੇ ਨੇ ਨਾ ਸੁਖ ਮਿਲਦਾ, ਖੁਸ਼ੀ ਹੁੰਦੀ ਹੈ। ਕਿਸੇ ਨੇ ਗੁਰੂ ਸਾਹਿਬ ਦੀ ਆਵਾਜ਼ ਨਹੀਂ ਕਦੇ ਸੁਣੀ ਆਪਣੇ ਚੋਂ, ਪਰ ਜਿਨ੍ਹਾਂ ਨੇ ਸੁਣੀ ਹੈ ਉਹਨਾਂ ਨੂੰ ਪਤਾ ਕਿ ਗੁਰੂ ਸਾਹਿਬ ਦੀ ਤਾਂ ਆਵਾਜ਼ ਵਿੱਚ ਇੰਨੀ ਕਸ਼ਿਸ਼ ਹੈ, ਇੰਨੀ ਕਿਰਪਾ ਹੈ। ਜਦੋਂ ਸਤਿਗੁਰੂ ਬੋਲਦੇ ਨੇ ਬਚਨ ਉਸ ਵਕਤ ਮਨ ਨੂੰ ਖਿੱਚ ਲੈਂਦੇ ਹਨ। ਸਤ ਕਰਤਾਰ ਕੋ ਉਚਾਰ ਕੈ ਬੂਝਤ ਪਨਾ। ਸੋ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਸਤ ਕਰਤਾਰ ਉਚਾਰ ਕੇ ਬਚਨ ਕੀਤਾ। ਪਹਿਲਾਂ ਸਤ ਕਰਤਾਰ ਕਹਿੰਦੇ ਹੁੰਦੇ ਸਨ। ਕਿਤਹੂ ਤੇ ਆਏ ਤੁਮ ਦੀਜੀਏ ਸੁਨਾਇਕ। ਅੰਤਰਜਾਮੀ ਜਾਣੀ ਜਾਣ ਨੇ ਸਭ ਪਤਾ ਹੈ, ਪਰ ਫੇਰ ਵੀ ਪੁੱਛਦੇ ਹਨ ਇਹ ਭਾਈ ਗੁਰਸਿੱਖ ਤੁਸੀਂ ਕਿੱਥੋਂ ਆਏ ਹੋ, ਤਾਂ ਇਹ ਕਿਰਪਾ ਕਰਕੇ ਮੈਨੂੰ ਦੱਸੋ ਕਿ ਕਿਸ ਥਾਂ ਦੇ ਉੱਤੇ ਆਏ ਹੋ। ਇਹ ਜਿਹੜੀ ਗੱਲ ਪੁੱਛੀ ਬੜੇ ਧਿਆਨ ਦੇ ਨਾਲ, ਇੱਕ ਚੀਜ਼ ਯਾਦ ਆ ਗਈ ਕਿ ਭਾਈ ਬਾਲਾ ਜੀ ਦਾ ਚਿਹਰਾ ਮੋਹਰਾ ਕਾਫੀ ਹੱਦ ਤੱਕ ਗੁਰੂ ਨਾਨਕ ਸਾਹਿਬ ਨਾਲ ਹੀ ਮਿਲਦਾ, ਸੁੰਦਰ ਚਿੱਟਾ ਭਾਰਾ ਦਾੜਾ, ਇਸ ਤਰ੍ਹਾਂ ਬੜੇ ਪਿਆਰ ਵਾਲੇ ਜੋ ਬਹੁਤ ਹੀ ਭਗਤੀ ਵਾਲੇ ਸਨ। ਆ ਕਰਕੇ ਜਦੋਂ ਬੈਠੇ ਮਹਾਰਾਜ ਨੇ ਬਚਨ ਕੀਤਾ ਦੋਹਰਾ ਜਥਾ ਸ਼ਕਤ ਜੋ ਭੇਟ ਥੀ ਆਗੇ ਧਰੀ ਬਨਾਏ। ਜਥਾ ਸ਼ਕਤ ਜਿਹੜੀ ਭੇਟਾ ਲਿਆਂਦੀ ਸੀ ਉਹ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਭੇਟਾ ਕਰ ਦਿੱਤੀ। ਮਨ ਬਾਲਾ ਬੋਲਤ ਭਇਓ ਬਿਨੈ ਬਚਨ ਮਹਿ ਪਾਏ। ਫਿਰ ਭਾਈ ਬਾਲਾ ਜੀ ਨੇ ਬੇਨਤੀ ਰੂਪ ਬਚਨ ਕੀਤੇ। ਮਹਾਰਾਜ ਨੇ ਜਦੋਂ ਪੁੱਛਿਆ ਨਾ ਭਾਈ ਤੁਸੀਂ ਕੌਣ ਹੋ, ਕਿੱਥੋਂ ਆਏ ਹੋ। ਚੌਪਾਈ ਸ੍ਰੀ ਅੰਗਦ ਜੀ ਸੁਣੋ ਕਿਰਪਾਲਾ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਹੈ ਕਿਰਪਾਲੂ ਜੀ ਸੁਣੋ ਜੀ ਬੇਨਤੀ। ਸੰਧੂ ਗੋਤ ਨਾਮ ਮੋਹਿ ਬਾਲਾ। ਮਹਾਰਾਜ ਮੇਰਾ ਗੋਤ ਸੰਧੂ ਹੈ, ਮੇਰਾ ਨਾਮ ਹੈ ਭਾਈ ਬਾਲਾ। ਰਾਏ ਭੋਏ ਤਲਵੰਡੀ ਜੋ। ਰਾਏ ਭੋਏ ਦੀ ਜੋ ਤਲਵੰਡੀ ਹੈ, ਰਾਏ ਬਲਾਰ ਦੇ ਪਿਤਾ ਦਾ ਨਾਮ ਸੀ ਰਾਏ ਭੋਏ, ਉਹਨਾਂ ਦੇ ਨਾਮ ਸੀ ਇਹ ਤਲਵੰਡੀ। ਵਤਨ ਜਨਮ ਹਮਰਾ ਹੈ ਸੋ।
ਮਹਾਰਾਜ ਜੀ ਦਾਸ ਦਾ ਜਨਮ ਉਸ ਥਾਂ ਤੇ ਹੋਇਆ ਰਾਏ ਭੋਏ ਦੀ ਤਲਵੰਡੀ। ਗੁਰ ਦਰਸ਼ਨ ਕੇ ਲਾਲਸ ਭੂਰੇ। ਸੋ ਬਹੁਤ ਹੀ ਜ਼ਿਆਦਾ ਦਰਸ਼ਨਾਂ ਦੀ ਲਾਲਸਾ ਮਨ ਦੇ ਅੰਦਰ ਆਈ। ਆਪ ਜੀ ਦਾ ਦਰਸ਼ਨ ਕਰਨ ਦੀ ਇੱਛਾ ਹੋਈ। ਜਾਂਤੇ ਹੋ ਚੱਲ ਆਏ ਹਦੂਰੇ। ਇਸ ਕਰਕੇ ਦਾਸ ਆਪ ਜੀ ਦੀ ਹਜ਼ੂਰੀ ਵਿੱਚ ਚੱਲ ਕੇ ਦਰਸ਼ਨਾਂ ਨੂੰ ਖਡੂਰ ਸਾਹਿਬ ਆਇਆ ਹੈ। ਬਜਰ ਜਰਨ ਔਰ ਧੀਰਜ ਧਾਰੇ। ਸੋ ਅਜਰ ਅਵਸਥਾ ਨੂੰ ਜਰਨ ਵਾਲੇ ਤੇ ਦਿਲ ਵਿੱਚ ਧੀਰਜ ਨੂੰ ਧਾਰਨ ਕਰਨ ਵਾਲੇ। ਅਜਰ ਅਵਸਥਾ ਉਹ ਹੁੰਦੀ ਕਿ ਹਿਰਦੇ 'ਚ ਸ਼ਕਤੀ ਬਹੁਤ ਹੋਣੀ ਪਰ ਕਿਸੇ ਨੂੰ ਦਿਖਾਉਣੀ ਨਾ। ਅਜਰ ਅਵਸਥਾ ਨੂੰ ਜਰ ਲੈਣਾ। ਮਾੜੀ ਜੀ ਆਪਣੇ ਸ਼ਕਤੀ ਆ ਜਾਏ ਆਪਾਂ ਤਾਂ ਹੁਣੇ ਹੀ ਸਭ ਕੁਝ ਪੁੱਠਾ ਕਰਨ ਨੂੰ ਤਿਆਰ ਹੋ ਜਾਾਂਗੇ। ਪਰ ਦੇਖੋ ਸਤਿਗੁਰੂ ਤਿੰਨਾਂ ਲੋਕਾਂ ਦੇ ਮਾਲਕ ਹੁੰਦਿਆਂ ਹੋਇਆਂ ਵੀ ਬਹੁਤ ਸ਼ਾਂਤ ਸੁਭਾਅ, ਸ਼ਾਂਤ ਸਰੂਪ। ਜਿੰਨੀ ਜ਼ਿਆਦਾ ਸ਼ਕਤੀ ਉਨਾ ਸ਼ਾਂਤ ਸਰੂਪ ਹਨ। ਸੁਣੀ ਆਪ ਕੇ ਮਹਿਮਾ ਭਾਰੇ। ਮਹਾਰਾਜ ਜੀ ਦੀ ਆਪ ਜੀ ਸੱਚੇ ਪਾਤਸ਼ਾਹ ਮਹਿਮਾ ਬੜੀ ਭਾਰੀ ਸੁਣਨਾ ਕੀਤੀ ਸੰਗਤ ਤੋਂ। ਕਹਿ ਸ੍ਰੀ ਅੰਗਦ ਤੁਮ ਗੁਰ ਕੋ ਹੈ। ਜਾਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਅੱਛਾ ਭਾਈ ਬਾਲਾ ਜੀ ਤੁਸੀਂ ਰਾਏ ਭੋਏ ਦੀ ਤਲਵੰਡੀ ਤੋਂ ਆਏ ਹੋ, ਫਿਰ ਤੁਹਾਡਾ ਗੁਰੂ ਕੌਣ ਹੈ ਇਹ ਮੈਨੂੰ ਦੱਸੋ। ਕਰਹੁ ਉਚਾਰਨ ਨਿਜ ਮਤ ਜੋ ਹੈ। ਜੋ ਤੁਹਾਡਾ ਮਤ ਹੈ ਉਹ ਮੈਨੂੰ ਦੱਸੋ। ਤੁਸੀਂ ਕਿਸ ਨੂੰ ਮੰਨਦੇ ਹੋ, ਕਿਹਦੇ ਸ਼ਿਸ਼ ਹੋ। ਮਧੁਰ ਵਚਨ ਸੁਭ ਮ੍ਰਿਦਲ ਸੁਭਾਉ। ਬਹੁਤ ਮਿੱਠੇ ਬਚਨ ਤੇ ਮ੍ਰਿਦਲ ਕੋਮਲ ਸੁਭਾਅ ਸੀ ਸਤਿਗੁਰਾਂ ਦਾ। ਵਿਸ਼ਿਆਂ ਬਾਉ ਸਪਰਸ ਨ ਕਾਉ। ਜਿੱਥੇ ਵਿਸ਼ਿਆਂ ਦੀ ਹਵਾ ਤੱਕ ਨਹੀਂ ਸੀ ਲੱਗਦੀ, ਇੰਨੇ ਸਤਿਗੁਰੂ ਸੱਚੇ ਪਾਤਸ਼ਾਹ ਪਵਿੱਤਰ ਸਰੂਪ ਹਨ। ਹਾਥ ਬੰਦ ਬੋਲਿਓ ਬਚ ਬਾਲਾ। ਹੱਥ ਜੋੜ ਕੇ, ਦੋਵੇਂ ਹੱਥ ਜੋੜ ਕੇ ਭਾਈ ਬਾਲਾ ਜੀ ਬਚਨ ਬੋਲੇ। ਸਭ ਰਾਵਰ ਕੋ ਗਿਆਤ ਵਿਸਾਲਾ। ਕਹਿਣ ਲੱਗੇ ਮੁਸਕਰਾ ਕੇ, ਧੰਨ ਗੁਰੂ ਅੰਗਦ ਦੇਵ ਮਹਾਰਾਜ, ਧੰਨ ਗੁਰੂ ਅੰਗਦ ਦੇਵ ਮਹਾਰਾਜ ਅੰਤਰਜਾਮੀ ਸਤਿਗੁਰੂ ਆਪ ਸਭ ਜਾਣਦੇ ਹੋ। ਮੈਂ ਕੌਣ ਆ, ਕਿੱਥੋਂ ਆਇਆ, ਕਿਹਦਾ ਸਿੱਖ ਹੈ, ਸਭ ਜਾਣੀ ਜਾਣੋ ਆਪ। ਤਦਪ ਜੋ ਤੁਮ ਪੁੱਛਨ ਅਨਸਾਰੀ। ਤਾਂ ਵੀ ਸਤਿਗੁਰੂ ਜੀ ਆਪ ਜੀ ਨੇ ਜੋ ਪੁੱਛਿਆ ਨਾ ਜੀ ਬਚਨ ਦੇ ਅਨੁਸਾਰੀ ਹੋ ਕੇ ਦਾਸ ਦੱਸਦਾ ਹੈ। ਸੁਨੋ ਆਪ ਮੈਂ ਕਹੂੰ ਸੁਧਾਰੀ। ਮੈਂ ਜੀ ਸੁਧਾਰ ਕੇ ਚੰਗੀ ਤਰ੍ਹਾਂ ਦੱਸਦਾ, ਆਪ ਜੀ ਕਿਰਪਾ ਕਰਕੇ ਸੁਣੋ ਜੀ। ਸ੍ਰੀ ਨਾਨਕ ਜੀ ਮਮ ਗੁਰ ਪੂਰਨ। ਧੰਨ ਗੁਰੂ ਨਾਨਕ ਦੇਵ ਜੀ ਮੇਰੇ ਪੂਰਨ ਸਤਿਗੁਰੂ ਜੀ ਹਨ। ਕਲ ਕਲਮਲ ਰੁਜ ਪਦ ਰਾਜ ਚੂਰਨ। ਜਿਨ੍ਹਾਂ ਸਤਿਗੁਰਾਂ ਦੇ ਚਰਨਾਂ ਕਮਲਾਂ ਦੀ ਧੂੜੀ ਆ ਨਾ, ਜਿਹੜੀ ਕਲਯੁਗ ਦੇ ਸਾਰੇ ਪਾਪਾਂ ਨੂੰ ਮੇਟਣ ਵਾਲੀ, ਆਦੀ ਵਿਆਦੀ ਉਪਾਧੀ ਨੂੰ ਮੇਟਣ ਵਾਲੀ, ਜਿਨ੍ਹਾਂ ਗੁਰੂ ਨਾਨਕ ਦੇ ਚਰਨਾਂ ਦੀ ਧੂੜੀ ਹੋਈ ਐਸੀ ਹੈ ਨਾ, ਜੇ ਮਸਤਕ ਨੂੰ ਲਾ ਲਈਏ ਸਾਰੇ ਪਾਪ ਕੱਟਣ ਵਾਲੀ ਧੂੜੀ, ਉਸ ਗੁਰੂ ਨਾਨਕ ਦਾ ਸਿੱਖ ਹਾਂ ਜੀ ਮੈਂ। ਦੰਭ ਮਤੰਗ ਹੈ ਕੋ ਸਰ ਕੇਸਰ। ਸੋ ਦੰਭ ਜਿਹੜਾ ਪਖੰਡ ਰੂਪੀ ਹਾਥੀ ਸੀ, ਉਹਨੂੰ ਕੱਟਣ ਲਈ ਧੰਨ ਗੁਰੂ ਨਾਨਕ ਦੇਵ ਜੀ ਸ਼ੇਰਵਤ ਸੰਸਾਰ ਦੇ ਵਿੱਚ ਆਏ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਕਹਿੰਦੇ ਉਹ ਜਿਹੜੀ ਹਰਨਾਂ ਦੀ ਡਾਰ ਹੁੰਦੀ, ਜਦੋਂ ਆ ਕਰਕੇ ਸ਼ੇਰ ਬੱਬਰ ਸ਼ੇਰ ਗੱਜਦਾ ਨਾ, ਹਰਨ ਦੌੜ ਜਾਂਦੇ ਨੇ। ਜਦੋਂ ਗੁਰੂ ਨਾਨਕ ਦੇਵ ਜੀ ਦੁਨੀਆ ਦੇ ਉੱਤੇ ਪ੍ਰਗਟ ਹੋਏ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਭਵਕ ਮਾਰੀ ਸਤਨਾਮ ਸ੍ਰੀ ਵਾਹਿਗੁਰੂ, ਸਭ ਦੌੜ ਗਏ। ਸਤਨਾਮ ਵਾਹਿਗੁਰੂ ਕਹਿੰਦੇ ਜਿਵੇਂ ਨੂਰ ਸ਼ਾਹ ਦਾ ਨਿਸਤਾਰਾ ਕੀਤਾ ਮਹਾਰਾਜ ਨੇ ਆਸਾਮ ਦੇ ਵਿੱਚ ਜਾ ਕੇ। ਉਸ ਵਾਰ ਜਦ ਉਹਦੇ ਘਰ ਵਿੱਚ ਸਤਿਗੁਰੂ ਨੇ ਪਹਿਲਾ ਚਰਨ ਰੱਖਿਆ, ਸਾਰਾ ਕੁਝ ਹੀ ਕੱਟ ਦਿੱਤਾ ਜਾ ਕੇ। ਸੋ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਜੀ ਨੇ ਦੁਨੀਆ ਦੇ ਅੰਦਰ ਆ ਕੇ ਪਖੰਡ ਰੂਪੀ ਹਾਥੀ ਨੂੰ ਸ਼ੇਰਵਤ ਹੋ ਕੇ ਕੱਟਿਆ। ਭਾਉ ਭਗਤ ਕ੍ਰਿਖ ਜਗਤ ਸੋ ਜਲ ਧਰ। ਸੋ ਇਸ ਤਰੀਕੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਉ ਭਗਤ ਕ੍ਰਿਖ, ਜਿਹੜੀ ਭਾਉ ਭਗਤੀ ਦੀ ਸੀ ਨਾ, ਇਹ ਜਿਹੜੀ ਆ ਕਰਕੇ ਖੇਤੀ ਸੀ, ਇਹਨੂੰ ਕਿਵੇਂ ਕਹਿੰਦੇ ਕੀਤਾ, ਜਿਵੇਂ ਜਲ ਧਰ ਬੱਦਲ ਹੁੰਦਾ। ਬੱਦਲ ਜਿਵੇਂ ਵਰਖਾ ਪਾਉਂਦਾ ਨਾ ਤੇ ਖੇਤੀ ਹਰੀ ਭਰੀ ਹੋ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਨੇ ਸੰਸਾਰ ਭਰ ਦੇ ਵਿੱਚ ਉਪਦੇਸ਼ ਦਿੱਤਾ ਗੁਰਬਾਣੀ ਦਾ। ਸੋ ਬੱਦਲ ਰੂਪ ਹੋ ਕੇ ਸਤਿਗੁਰਾਂ ਨੇ ਦੁਨੀਆ ਜਦੋਂ ਉਪਦੇਸ਼ ਦਿੱਤਾ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਦੁਨੀਆ ਦੇ ਅੰਦਰ ਐਸਾ ਉਪਦੇਸ਼ ਦੀ ਵਰਖਾ ਕੀਤੀ ਕਿ ਸਾਰੀ ਦੁਨੀਆ ਨੂੰ ਹੀ ਨਾਮ ਜਪਣ ਲਾਤਾ ਜਿਨ੍ਹਾਂ ਨੇ। ਸੁਣ ਸ੍ਰੀ ਅੰਗਦ ਬਚਨ ਉਚਾਰਿਓ। ਸੁਣ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਬਚਨ ਉਚਾਰਨ ਕੀਤਾ। ਗੁਰੂ ਨਾਨਕ ਰੂਪ ਨਿਹਾਰਿਓ। ਜਾਣ ਕੇ ਕਹਿੰਦੇ ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਦਾ ਸਰੂਪ ਤੱਕਿਆ ਹੈ। ਕਬ ਕੇ ਗੁਰ ਸਿੱਖੀ ਮਨ ਮਾਨੀ। ਕਦੋਂ ਕਦੀ ਸਿੱਖੀ ਧਾਰਨ ਕੀਤੀ ਭਾਈ ਬਾਲਾ ਜੀ? ਤੁਸੀਂ ਗੁਰੂ ਨਾਨਕ ਦੇਵ ਦੇ ਸਿੱਖ ਕਦੋਂ ਕਦੇ ਬਣੇ ਹੋਏ ਹੋ?
ਪਰਮ ਪ੍ਰੇਮ ਮਹਿ ਮਤ ਲਪਟਾਤੀ। ਪਰਮ ਪ੍ਰੇਮ ਵਿੱਚ ਤੁਹਾਡੀ ਜਿਹੜੀ ਮੱਤ ਹੈ ਬਿਲਕੁਲ ਭਿੱਜੀ ਪਈ ਹੈ, ਤੁਹਾਡੀ ਮੱਤ ਜਿਹੜੀ ਗੁਰੂ ਨਾਨਕ ਸਾਹਿਬ ਵਿੱਚ ਭਿੱਜੀ ਹੋਈ ਹੈ। ਬਾਲਾ ਬੋਲਿਓ ਸੁਨੋ ਦਿਆਲਾ। ਭਾਈ ਬਾਲਾ ਜੀ ਬੋਲੇ, ਹੈ ਦਿਆਲ ਸਤਿਗੁਰੂ ਜੀ ਸੁਣੋ ਜੀ। ਜਨ ਕੇ ਸੰਗ ਰਹਿਓ ਚਿਰ ਕਾਲਾ। ਮੈਂ ਤੁਹਾਡਾ ਦਾਸ, ਉਹਨਾਂ ਦੇ ਨਾਲ ਬਹੁਤ ਸਮਾਂ ਗੁਰੂ ਨਾਨਕ ਸਾਹਿਬ ਨਾਲ ਮੈਂ ਬਤੀਤ ਕੀਤਾ ਜੀ। ਤੀਨ ਬਰਖ ਤਨ ਬੈਸ ਬਡੇਰੀ। ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ 3 ਸਾਲ ਪਹਿਲਾਂ ਮੇਰਾ ਜਨਮ ਹੋਇਆ ਸੀ। ਬਾਲ ਤਰਨ ਬੈ ਬਿਤੀ ਬਤੇਰੀ। ਸੋ ਬਚਪਨ ਦੀ ਸਾਰੀ ਉਮਰ ਲਗਭਗ ਉਹਨਾਂ ਨਾਲ ਖੇਡਦਿਆਂ, ਗਲੀਆਂ ਵਿੱਚ ਦੌੜਦਿਆਂ, ਇਕੱਠੇ ਰਹਿਣਾ, ਇਕੱਠੇ ਜਾਣਾ, ਬਹੁਤ ਉਮਰ ਉਹਨਾਂ ਨਾਲ ਦਾਸ ਨੇ ਬਤੀਤ ਕੀਤੀ ਹੈ। ਦੋਹਰਾ ਦਹ ਦਿਸ ਦਰਸ ਦਿਖਾਇਓ ਦਇਆ ਦ੍ਰਿਸ਼ ਕੋ ਦੇਖ। ਦਸੋਂ ਦਿਸ ਉਹਨਾਂ ਨੇ ਆਪਣਾ ਦਰਸ ਦਿਖਾਇਆ ਹੈ, ਦਇਆ ਦ੍ਰਿਸ਼ਟੀ ਨਾਲ ਤੱਕ ਕੇ। ਨਿਕਟ ਰਹਿਤ ਤਨ ਚਰਨ ਹਮ ਤਾਰਿਓ ਜਗਤ ਵਸੇਖ। ਜਿਨ੍ਹਾਂ ਨੇ ਬਹੁਤ ਸਾਰਾ ਜਗਤ ਤਾਰਿਆ ਹੈ, ਉਹਨਾਂ ਦੇ ਚਰਨਾਂ 'ਚ ਮੈਨੂੰ ਬਹੁਤ ਸਮਾਂ ਰਹਿਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਜੀ। ਦਇਆ ਐਨ ਸੁਨ ਬੈਨ ਏ ਦੈਨ ਭਗਤ ਨਿਜ ਦਾਸ। ਜਦੋਂ ਇਹ ਦਇਆ ਦੇ ਘਰ ਗੁਰੂ ਅੰਗਦ ਦੇਵ ਮਹਾਰਾਜ ਨੇ ਭਜਨ ਸੁਣੇ ਨਾ, ਜੋ ਭਗਤਾਂ ਨੂੰ, ਆਪਣੇ ਦਾਸਾਂ ਨੂੰ ਭਗਤੀ ਦੇ ਦੇਣ ਵਾਲੇ ਹਨ। ਉੱਠ ਕਰ ਭੁਜ ਪਰ ਘਰ ਮਿਲੇ ਔਰ ਧਰ ਪਰਮ ਹੁਲਾਸ। ਫਿਰ ਰੁਕਿਆ ਨਹੀਂ ਗਿਆ। ਅੱਛਾ, ਤੁਸੀਂ ਦਰਸ਼ਨ ਕੀਤੇ ਨੇ, ਤੁਸੀਂ ਸਾਰੀ ਜ਼ਿੰਦਗੀ ਨਾਲ ਰਹੇ ਹੋ, ਤੁਸੀਂ ਉਹਨਾਂ ਦੇ ਚਰਨ ਸਪਰਸੇ ਨੇ। ਪਲੰਗ ਤੋਂ ਉੱਠ ਕੇ ਭਾਈ ਬਾਲਾ ਜੀ ਨੂੰ ਘੁੱਟ ਕੇ ਗਲਬੱਕੜੀ 'ਚ ਪਾ ਲਿਆ, ਘੁੱਟ ਲਿਆ, ਬਹੁਤ ਪਿਆਰ ਕੀਤਾ। ਇਹ ਮੇਰੇ ਗੁਰੂ ਕੇ ਲਾਲ, ਤੂੰ ਮੇਰੇ ਪਾਤਸ਼ਾਹ ਦਰਸ਼ਨ ਕੀਤੇ ਹਨ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਵਿਰਾਗ ਵਿੱਚ ਆ ਗਏ। ਚੌਪਈ ਬਾਹਰ ਬਿਲੋਚਨ ਮੁਚਾ ਬਿਰਾਗਾ। ਇਹਨਾਂ ਜਲ ਅੱਖਾਂ ਦੇ ਵਿੱਚ ਹੁਣ ਜਾ ਰਿਹਾ ਵਿਰਾਗ ਦੇ ਵਿੱਚ। ਜਿਸ ਪਿਆਰੇ ਸਿਓ ਨਿਹੋਂ ਤੇ ਸਾਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਮਹਾਰਾਜ ਤਾਂ ਕਹਿੰਦੇ ਸੀ ਮੈਂ ਜੀ ਕਰਦਾ ਸਰੀਰ ਹੀ ਛੱਡ ਦਿਆਂ। ਗੁਰੂ ਨਾਨਕ ਸਾਹਿਬ ਦਾ ਵਿਛੋੜਾ ਨਹੀਂ ਸੀ ਝੱਲਿਆ ਮਹਾਰਾਜ ਨੇ। ਉਹਨਾਂ ਦੇ ਜੀਵਨ ਤੇ ਚੱਲ ਕੇ ਸੁਣਾਂਗੇ ਕਿ 6 ਮਹੀਨੇ ਫਿਰ ਬਾਹਰ ਹੀ ਨਹੀਂ ਸੀ ਨਿਕਲੇ ਖਡੂਰ ਸਾਹਿਬ। ਦਰਵਾਜ਼ੇ ਬਾਰੀਆਂ ਸਭ ਚਿੱਟਾਂ ਛਿਣ ਲਈਆਂ ਸੀ। 6 ਮਹੀਨੇ ਲੱਭੇ ਹੀ ਨਹੀਂ ਸੰਗਤ ਨੂੰ। ਬਾਬਾ ਬੁੱਢਾ ਜੀ ਨੇ ਜਾ ਕੇ ਲੱਭੇ ਸੀ। ਬਚਨ ਕੀਤਾ, ਮਹਾਰਾਜ ਇਹ ਗੁਰਤਾ ਗੱਦੀ ਤਾਂ ਦਿੱਤੀ ਹੈ ਵੀ ਪ੍ਰਚਾਰ ਕਰੋ। ਆਪ ਜੀ ਤਾਂ ਅੰਦਰ ਹੀ ਸੱਜ ਗਏ। ਐਨ ਕੁਛ ਨਾ ਖਾਦਾ ਨਾ ਪੀਤਾ। 6 ਮਹੀਨੇ 'ਚ ਬਿਲਕੁਲ ਸਰੀਰ ਦੀਆਂ ਹੱਡੀਆਂ ਨਿਕਲੀਆਂ ਗਈਆਂ ਸੀ, ਪਰ ਚਿਹਰਾ ਐ ਦਗ ਦਗ ਕਰਦਾ ਸੀ, ਲਾਲ ਚਿਹਰਾ। ਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਪਤਾ ਲੱਗਿਆ ਇਹ ਮੇਰੇ ਗੁਰੂ ਨਾਨਕ ਦਾ ਸਿੱਖ ਹੈ, ਸਾਰੀ ਜ਼ਿੰਦਗੀ ਨਾਲ ਰਿਹਾ, ਉੱਠ ਕੇ ਗਲਵੱਕੜੀ 'ਚ ਲੈ ਕੇ ਅੱਖਾਂ 'ਚ ਜਲ ਚੱਲ ਪਿਆ। ਮੈਂ ਨੀਰ ਵਹੇ ਵਹਿ ਚੱਲਾ ਜੀਓ। ਕਰ ਔਰ ਚਰਨਨ ਬਾਰੇ ਅਨੁਰਾਗਾ। ਸੋ ਇਸ ਤਰੀਕੇ ਨਾਲ ਸੀ ਜਿਹੜਾ ਔਰ ਹਿਰਦੇ ਦੇ ਵਿੱਚ ਨਾ ਚਰਨਾਂ ਨੂੰ ਵਸਾਇਆ ਹੋਇਆ ਸੀ। ਸ੍ਰੇਸ਼ਟ ਚਰਨਾਂ ਦਾ ਪ੍ਰੇਮ ਬਹੁਤ ਜ਼ਿਆਦਾ ਸੀ ਹਿਰਦੇ 'ਚ, ਕਿਉਂਕਿ ਇਹ ਜਿਹੜਾ ਨਾ ਵਿਛੋੜਾ ਝੱਲਣਾ ਬਹੁਤ ਔਖਾ ਸੀ। ਵਿਛੋੜਾ ਜਦੋਂ ਪਿਆਰ ਦਾ ਪੈ ਜਾਂਦਾ ਗੁਰੂ ਸਾਹਿਬ ਨਾਲ, ਸਿੱਖ ਨੂੰ ਕਹਿੰਦੇ ਇਹੋ ਵਿਛੋੜਾ ਸਹਿਆ ਨਾ ਜਾਏ। ਇਹ ਵਿਛੋੜਾ ਸਹਿਣਾ ਔਖਾ ਹੁੰਦਾ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਅਲੋਪ ਹੋ ਗਏ, ਇਹ ਤਾਂ ਮਹਾਰਾਜ ਹਿਰਦੇ 'ਚ ਠੀਕ ਬੈਠੇ ਆ, ਪਰ ਭਾਉ ਭਗਤੀ, ਪ੍ਰੇਮਾ ਭਗਤੀ, ਵਿਰਾਗ, ਤਿਆਗ ਸਿਖਾਉਣ ਲਈ ਵੀ ਐਸੇ ਕੌਤਕ ਸਾਨੂੰ ਕੀਤੇ ਨੇ ਕਿ ਮਹਾਰਾਜ ਤੋਂ ਬਿਨਾਂ ਰਹਿ ਨਹੀਂ ਹੁੰਦਾ। ਧੀਰ ਨਾ ਧਰ ਹੈ ਅਧਿਕ ਧਰ ਆਸੂ। ਧੀਰਜ ਨਹੀਂ ਧਰਦੇ, ਭਾਵੇਂ ਇੰਨੀ ਵੱਡੀ ਅਵਸਥਾ ਹੈ। ਇੱਕ ਤਾਂ ਉਹ ਹੁੰਦੀ ਸੰਸਾਰੀ ਰੋਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੰਸਾਰ ਦੇ ਲੋਕ ਕੋਈ ਚਲਿਆ ਜਾਵੇ ਤਾਂ ਰੋਂਦੇ ਨੇ। ਕਿਉਂ? ਕਿ ਧੰਦਾ ਪਿਟਿਓ ਭਾਈ ਹੋ ਤੁਮ ਕੂੜ ਕਮਾਵੋ, ਉਹ ਨਾ ਸੁਣੇ ਕਤ ਹੀ ਤੁਮ ਲੋਕ ਸੁਣਾਓ। ਕਹਿੰਦੇ ਲੋਕਾਂ ਨੂੰ ਐਵੇਂ ਰੋ ਕੇ ਸੁਣਾਉਣਾ, ਸਾਡਾ ਚਲਿਆ ਗਿਆ, ਬੜਾ ਕਮਾਉਂਦਾ ਸੀ, ਬੜਾ ਚੰਗਾ ਸੀ, ਇਹ ਰੋਣਾ ਹੋਰ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਵਿਰਾਗ 'ਚ ਆ ਕੇ ਆਪਣੇ ਸਤਿਗੁਰਾਂ ਨੂੰ ਯਾਦ ਕਰਕੇ ਅੱਖਾਂ 'ਚ ਅਥਰੂ ਆ ਜਾਂਦੇ ਨੇ, ਇਹ ਹੋਰ ਚੀਜ਼ ਹੈ। ਪਿਆਰ ਹੀ ਇੰਨਾ ਸੀ। ਭਰਤ ਪ੍ਰੀਤ ਕੀ ਭਗਤ ਉਲਾਸੋ। ਸੋ ਇਸ ਤਰੀਕੇ ਨਾਲ ਕਹਿੰਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰ ਦੇ ਆਂਸੂ ਧਰਤੀ ਦੇ ਉੱਤੇ ਡਿੱਗ ਰਹੇ ਨੇ, ਅੱਖਾਂ ਵਿੱਚ ਜਲ ਜਾ ਰਿਹਾ ਹੈ ਪਿਆਰੇ ਨੂੰ ਯਾਦ ਕਰਕੇ। ਸਭਤਾ ਅਸਤ ਨਿਸਾ ਹੋਏ ਆਏ। ਇਸ ਤਰ੍ਹਾਂ ਉਛਾਲੇ ਨਾਲ ਜੋ ਸੀ ਸਾਰੇ ਆਂਸੂ ਬਾਹਰ ਆ ਰਹੇ ਸਨ। ਸੂਰਜ ਛਿਪ ਚੱਲਿਆ, ਹਨੇਰਾ ਹੋ ਗਿਆ। ਬਾਲਾ ਰਹਿਤ ਭਇਓ ਤਿਹ ਥਾਈ। ਭਾਈ ਬਾਲਾ ਜੀ ਨੂੰ ਮਹਾਰਾਜ ਕਹਿੰਦੇ ਹੁਣ ਨਹੀਂ ਜਾਣ ਦੇਣਾ, ਆਪਣੇ ਕੋਲ ਹੀ ਰੱਖਾਂਗਾ ਤੁਹਾਨੂੰ। ਤੁਹਾਡੇ ਤੋਂ ਗੁਰੂ ਨਾਨਕ ਸਾਹਿਬ ਦਾ ਸਾਰਾ ਜੀਵਨ ਸੁਣਨਾ ਹੈ, ਲਿਖਣਾ ਹੈ,
ਉਹਨਾਂ ਦੀ ਜੀਵਨੀ ਆਪਾਂ ਲਿਖਾਂਗੇ, ਦੁਨੀਆ 'ਚ ਵੰਡਾਂਗੇ। ਸਿੱਖ ਸੰਗਤ ਜਹ ਮਿਲ ਸਮੁਦਾਇਆ। ਸੋ ਜਿੱਥੇ ਸਾਰੀ ਸਿੱਖ ਸੰਗਤ ਬਹੁਤ ਜ਼ਿਆਦਾ ਆ ਕਰਕੇ ਇਕੱਠੀ ਹੋਈ ਸੀ, ਕਹਾ ਬੈਸਿਓ ਸਭ ਹਨ ਮਨ ਭਾਇਆ। ਉੱਥੇ ਆ ਕਰਕੇ ਬਹੁਤ ਪਿਆਰਾ ਲੱਗਾ, ਪਿਆਰ ਦੇ ਨਾਲ ਉੱਥੇ ਬਹੁਤਾ ਚੰਗਾ ਲੱਗਾ ਆ ਕੇ ਬਹਿਣਾ ਕਿ ਸਾਰੀ ਸੰਗਤ ਸੋ ਬੈਠੀ ਹੈ। ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ ਕਿ ਮਹਾਰਾਜ ਵੀ ਉਹੀ ਨੇ, ਗੁਰੂ ਨਾਨਕ ਸਾਹਿਬ ਰੂਪ ਹੋ ਕੇ ਦਰਸ਼ਨ ਦੇਤੇ, ਸੰਗਤ ਵੀ ਉਵੇਂ ਹੀ ਹੈ। ਨਾਲੇ ਇਸ ਤਰੀਕੇ ਨਾਲ ਮਨ ਹਰਾ ਭਰਾ ਸੰਗਤ ਵਿੱਚ ਆ ਕੇ ਹੀ ਹੁੰਦਾ ਹੈ। ਨਿਸਮੈ ਭਗਤ ਰਹਿਓ ਤੈਨ ਸਾਥਾ। ਮਹਾਰਾਜ ਕਹਿੰਦੇ ਆ ਮੇਰੇ ਪਿਆਰਿਆ ਮੇਰੇ ਕੋਲ ਬੈਠ ਜਾ, ਮੈਨੂੰ ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਸੁਣਾਓ, ਬਚਨ ਸੁਣਾਓ। ਸ਼ੁਰੂ ਤੋਂ ਲੈ ਕੇ ਆਪ ਨੇਤਰ ਬੰਦ ਕਰ ਲਏ, ਭਾਈ ਬਾਲਾ ਜੀ ਸੁਣਾਉਣ ਲੱਗ ਪਏ। ਸ੍ਰੀ ਨਾਨਕ ਕੇ ਸੁੰਦਰ ਗਾਥਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਸੁੰਦਰ ਜਿਹੜੀ ਗਾਥਾ ਕਥਾ ਸੀ ਸਾਰੀ। ਅੰਗਦ ਮਗਨ ਲਗਿਓ ਮਨ ਧਿਆਨਾ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਮਾਧੀ ਲੀਨ ਹੋ ਕੇ ਸੁਣਦੇ ਰਹੇ। ਆਸਨ ਬੈਸਿਓ ਭਈ ਬਿਹਾਨਾ। ਸੋ ਇਸ ਤਰੀਕੇ ਨਾਲ ਆਸਣ ਦੇ ਉੱਤੇ ਜਦੋਂ ਬੈਠ ਗਏ ਨਾ, ਸਵੇਰ ਹੋ ਗਈ। ਸੁਣਦਿਆਂ ਸੁਣਦਿਆਂ ਅੱਖਾਂ ਵਿੱਚੋਂ ਜਲ ਜਾਈ ਜਾਂਦਾ, ਯਾਦ ਕਰੀ ਜਾਂਦੇ ਨੇ। ਉਧਰੋਂ ਭਾਈ ਬਾਲਾ ਜੀ ਪ੍ਰੇਮ ਦੇ ਮਗਨ ਹੋ ਕੇ ਸੁਣਾਈ ਜਾਂਦੇ ਨੇ। ਸਾਰੀ ਰਾਤ ਸੰਗਤ ਬੈਠੀ ਸੁਣਦੀ ਰਹੀ। ਮਨ ਭੂਖਨ ਪ੍ਰਕਾਸ਼ਿਤ ਭਇਓ। ਉਧਰੋਂ ਜਦੋਂ ਸੂਰਜ ਦੀ ਲਾਲੀ ਆਈ ਨਾ, ਸੂਰਜ ਚੜ ਆਇਆ, ਆ ਕਰਕੇ ਦਿਨ ਚੜ ਗਿਆ। ਛੁੱਟੀ ਸਮਾਧ ਸਨਾਨਨ ਕੀਓ। ਫੇਰ ਸਮਾਧੀ ਛੁੱਟੀ ਮਹਾਰਾਜ, ਇਹ ਤਾਂ ਸਵੇਰ ਹੋ ਗਈ। ਫੇਰ ਜਾ ਕੇ ਨੇਤਰ ਖੋਲੇ, ਅੱਛਾ ਭਾਈ ਅਸੀਂ ਤਾਂ ਆਖਿਆ ਥੋੜਾ ਹੀ ਟਾਈਮ ਹੋਇਆ। ਕਿਉਂ ਜਦੋਂ ਗੁਰਸਿੱਖ ਆਪਣੇ ਸਤਿਗੁਰੂ ਦੀ ਕਥਾ ਸੁਣਦੇ ਨੇ ਤਾਂ ਤੁਸੀਂ ਵੀ ਕਹਿੰਦੇ ਹੋ ਲੱਗਦਾ ਤਾਂ 10 ਮਿੰਟ ਹੀ ਹੋਏ ਨੇ, ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਟਾਈਮ ਲੰਘ ਗਿਆ। ਸਤਿਗੁਰੂ ਅੰਗਦ ਦੇਵ ਜੀ ਨੇ ਕਥਾ ਸੁਣੀ, ਸਾਰੀ ਰਾਤ ਹੀ ਲੰਘ ਗਈ। ਸਾਰੀ ਰਾਤ ਜਦ ਸਵੇਰ ਦੇਖਿਆ ਸੂਰਜ ਚੜ੍ਹਿਆ ਆਇਆ, ਫੇਰ ਉੱਠ ਕੇ ਆਪਨੇ ਉਸ ਵਕਤ ਮਹਾਰਾਜ ਨੇ ਇਸ਼ਨਾਨ ਕੀਤਾ। ਐਸੇ ਬਾਹਰ ਬੁਲਾਇਓ ਬਾਲਾ। ਫੇਰ ਬੈਠ ਕੇ ਇਸ਼ਨਾਨ ਤੋਂ ਬਾਅਦ ਫੇਰ ਭਾਈ ਬਾਲੇ ਨੂੰ, ਆ ਮੇਰੇ ਪਿਆਰੇ, ਆ ਮੇਰੇ ਗੁਰੂ ਨਾਨਕ ਦੇ ਪਿਆਰੇ, ਮੈਨੂੰ ਉਹਨਾਂ ਦੇ ਬਚਨ ਸੁਣਾ ਦੇ ਸੋਹਣੇ। ਬੰਦਨ ਕਰੇ ਆਨ ਤਤਕਾਲਾ। ਉਸ ਵਕਤ ਤਤਕਾਲ ਹੀ ਮੱਥਾ ਟੇਕਿਆ ਕਰਕੇ ਭਾਈ ਬਾਲਾ ਜੀ ਨੇ ਔਰ ਅੱਗੇ ਸਾਖੀ ਸੁਣਾਉਣ ਲੱਗ ਪਏ। ਕੱਲ ਨੂੰ ਸ਼੍ਰਵਣ ਕਰਾਂਗੇ ਕਿਸ ਪ੍ਰਕਾਰ ਸਤਿਗੁਰੂ ਬਚਨ ਕਰਨਗੇ। ਆਪ ਹੁੰਦਾ ਜਰੂਰ ਹਿੰਮਤ ਕਰਕੇ ਆਓ, ਨਹੀਂ ਤੇ ਇੰਟਰਨੈਟ ਆਪਣਾ ਖੋਲ ਲਓ ਘਰ ਵਿੱਚ ਤੇ ਸਾਈਟ ਸਾਰਿਆਂ ਨੂੰ ਪਤਾ ਲੱਗ ਜਾਂਦੀ ਹੈ। ਤਾਂ ਇਸ ਤਰੀਕੇ ਨਾਲ sf6center.org ਇਹ ਸਾਈਟ ਖੋਲੋ। ਅੱਜ ਕੱਲ ਤੇ ਬੜੀ ਮੌਜ ਹੈ, ਮੋਬਾਈਲ ਦੇ ਉੱਤੇ ਸਾਈਟ ਖੁੱਲ ਜਾਂਦੀ ਹੈ। ਜਿੱਥੇ ਮਰਜੀ ਇਹ 2 ਟਾਈਮ ਦੀ ਕਥਾ ਸਵੇਰੇ 9 ਤੋਂ 10, ਸ਼ਾਮ ਨੂੰ 7 ਤੋਂ 8 ਸ਼੍ਰਵਣ ਕਰ ਸਕਦੇ ਹੋ ਆਪ। ਔਰ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਨਾਲ ਜੁੜੋ। ਸਾਰਾ ਇਤਿਹਾਸ ਵਿੱਚੋਂ ਇੰਨਾ ਕੁਝ ਮਿਲੇਗਾ ਕਿ ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਖਜ਼ਾਨਾ ਮਿਲੇਗਾ ਬਹੁਤ ਵੱਡਾ। ਹੌਲੀ ਹੌਲੀ ਇਸ ਖਜ਼ਾਨੇ ਵਿੱਚੋਂ ਬਹੁਤ ਕੁਝ ਪ੍ਰਾਪਤੀ ਹੋਣੀ ਆਪਾਂ ਨੂੰ। ਵੱਧ ਤੋਂ ਵੱਧ ਕਥਾ ਸ਼੍ਰਵਣ ਕਰਨੀ, ਨਾਲ ਨਾਲ ਰਿਕਾਰਡਿੰਗ ਵੀ ਹੁੰਦੀ, ਸੀਡੀਆਂ ਵੀ ਬਣਦੀਆਂ, MP3 ਬਣਨਗੀਆਂ, ਹੋ ਸਕਦਾ DVD ਵੀ ਬਣੇ ਨਾਲ। ਸਤਿਗੁਰੂ ਕਿਰਪਾ ਕਰਨਗੇ। ਇਸ ਤਰ੍ਹਾਂ ਆਪਾਂ ਸਾਰੇ ਸੰਸਾਰ ਭਰ ਦੇ ਵਿੱਚ ਸੋ ਇਹ CDs ਤਿਆਰ ਹੋਣਗੀਆਂ। ਜੇ ਗਿਫਟ ਦੇਣਾ ਕਿਸੇ ਨੂੰ ਤਾਂ CDs ਦਾ ਦਿਆ ਕਰੋ। ਤਾਂ ਲੈ ਪਈ ਇਹਨੂੰ ਸੁਣ ਕੇ ਦੇਖ। ਆਲਤੂ ਫਾਲਤੂ ਗਿਫਟਾਂ ਦੇਣੀਆਂ ਬੰਦ ਕਰ ਦਿਓ, ਉਹਦਾ ਤਾਂ ਕੋਈ ਫਾਇਦਾ ਹੀ ਨਹੀਂ ਨਾ ਹੁੰਦਾ। ਐਵੇਂ ਕੱਚ ਦੀ ਚੀਜ਼ ਦੇਤੀ ਕਿਸੇ ਨੂੰ, ਆਹ ਦੇਤੀ ਉਹ ਦੇਤੀ। ਗਿਫਟ ਦੇਣੀਆਂ ਕਥਾ ਦੀ ਦਿਓ, ਕੀਰਤਨ ਦਿਓ। ਜੋ ਗੁਰੂ ਨਾਨਕ ਸਾਹਿਬ ਦਾਤਾਂ ਬਖਸ਼ਿਸ਼ ਕੀਤੀਆਂ ਨੇ, ਸਭ ਤੋਂ ਵੱਡੀ ਜੋ ਬਖਸ਼ਿਸ਼ ਕੀਤੀ ਮਹਾਰਾਜ ਨਾਮ ਦੀ। ਬੈਠ ਕੇ ਨਾਮ ਜਪੀਏ, ਪਿਆਰ ਸਤਿਕਾਰ ਨਾਲ ਗੁਰਾਂ ਨੂੰ ਯਾਦ ਕਰੀਏ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ 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 ਵਾਹਿਗੁਰੂ 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 ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਵਾਹਿਗੁਰੂ 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 ਗੁਰ ਮੰਤਰ ਹੈ ਵਾਹਿਗੁਰੂ ਗੁਰ ਮੰਤਰ ਹੈ ਵਾਹਿਗੁਰੂ ਗੁਰ ਮੰਤਰ ਹੈ ਵਾਹਿਗੁਰੂ ਗੁਰ ਮੰਤਰ ਹੈ ਜਪ ਹਉ ਮੈਂ ਖੋਈ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।